ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਚਾਰਨ ਕੀਤਾ ਪਾਵਨ ਸ਼ਬਦ ਮਾਝ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 108 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਸਿਮਰਦਿਆਂ ਹਿਰਦੇ ਦੇ ਅੰਦਰ ਸੁਖ ਹੀ ਸੁਖ ਬਣ ਆਇਆ। ਹਿਰਦਾ ਸੁਖ ਦੇ ਨਾਲ ਭਰ ਗਿਆ ਜਦੋਂ ਪਰਮੇਸ਼ਵਰ ਦੇ ਨਾਮ ਨੂੰ ਸਿਮਰਿਆ। ਦੋ ਵਿਚਾਰਾਂ, ਇੱਕ ਤਾਂ ਪਰਮੇਸ਼ਵਰ ਦਾ ਨਾਮ ਹੈ ਸੁਖਦਾਈ, ਸੁਖ ਦੇਣ ਵਾਲਾ, ਔਰ ਦੂਸਰਾ ਪਰਮੇਸ਼ਵਰ ਦਾ ਨਾਮ ਹਿਰਦੇ ਵਿੱਚ ਕਿਵੇਂ ਵਸ ਗਿਆ। ਬਹੁਤਾਤ ਵਿੱਚ ਅਸੀਂ ਵੀ ਸਾਰੇ ਪਰਮੇਸ਼ਵਰ ਦਾ ਨਾਮ ਸਿਮਰ ਰਹੇ ਹਾਂ, ਪਰ ਹਿਰਦੇ ਵਿੱਚ ਕਿਸੇ ਕਿਸੇ ਦੇ ਵਸਦਾ ਹੈ। ਕਿਸੇ ਕਿਸੇ ਨੂੰ ਸੁਖ ਦੀ ਪ੍ਰਾਪਤੀ ਹੋ ਰਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੇ ਪਦੇ ਵਿੱਚ ਇਹ ਕਿਰਪਾ ਕੀਤੀ। ਇਸ ਪਾਵਨ ਪੰਕਤੀ ਨੂੰ ਸਮਝਣ ਵਾਸਤੇ ਸਿਮਰਤ ਨਾਮ ਹਿਰਦੈ ਸੁਖ ਪਾਇਆ, ਹਿਰਦੈ ਹਿਰਦਾ ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਹਿਰਦੇ ਦੇ ਵਿੱਚ ਅਥਾਹ ਅਸੀਂ ਸਿਮਰਨ ਕਰਦੇ ਹਾਂ, ਪਰ ਸਾਨੂੰ ਹਜੇ ਤੱਕ ਸੁੱਖ ਨਹੀਂ ਮਿਲਿਆ। ਜਦ ਕਿ ਪਰਮੇਸ਼ਵਰ ਦਾ ਨਾਮ ਹੈ ਸੁਖਦਾਈ, ਸੁਖ ਦੇਣ ਵਾਲਾ ਹੀ ਹੈ। ਹਰ ਕੋ ਨਾਮ ਸਦਾ ਸੁਖਦਾਈ, ਕਿਤੇ ਸਦਾ ਸੁਖ ਹੀ ਦੇਣ ਵਾਲਾ ਨਾਮ ਹੈ, ਪਰ ਮੈਨੂੰ ਹਜੇ ਤੱਕ ਕਿਉਂ ਨਹੀਂ ਮਿਲਿਆ। ਜਿਸ ਨਾਮ ਨੂੰ ਸਿਮਰ ਕੇ ਅਜਾਮਲ ਗਣਕਾ ਵਰਗੇ ਦਾ ਉਧਾਰ ਹੋ ਗਿਆ, ਤੇ ਮੇਰਾ ਕਿਉਂ ਨਹੀਂ ਹੋਇਆ।
ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਦਰਿਓ ਗਨ ਕਾਹੂ ਗਤ ਪਾਈ। ਉਹਦੀ ਵੀ ਗਤੀ ਹੋ ਗਈ, ਉਹਦਾ ਵੀ ਕਲਿਆਣ ਹੋ ਗਿਆ, ਭਲਾ ਹੋ ਗਿਆ। ਹੁਣ ਦੇਖਣਾ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਸਮਝਾਉਂਦੇ ਆ। ਸਾਹਿਬ ਜੀ ਕਹਿੰਦੇ ਨੇ ਸੰਤ ਸੰਗ ਮਿਲ, ਮਿਲ ਦੇ ਲੱਲੇ ਨੂੰ ਸਿਹਾਰੀ ਮਿਲ ਕੇ ਗੁਰਮੁਖਾਂ ਦੀ ਸੰਗਤ ਨੂੰ ਮਿਲ ਕੇ ਪਰਮੇਸ਼ਵਰ ਦੇ ਨਾਮ ਸਿਮਰਨ ਵਾਲੇ ਜਿਹੜੇ ਨੇ ਸੰਤ ਸੰਗ, ਜਿਨ੍ਹਾਂ ਵਿੱਚ ਕੇਵਲ ਤੇ ਕੇਵਲ ਪਰਮੇਸ਼ਵਰ ਦਾ ਨਾਮ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਕੇਵਲ ਇੱਕ ਨਾਮ ਦਾ ਹੀ ਵਖਿਆਨ ਹੋਵੇ। ਸਮਾਜ ਦੇ ਅੰਦਰ ਧਾਰਮਿਕ ਅਸਥਾਨ ਤੇ ਆਪਾਂ ਵੇਖਦੇ ਹਾਂ ਕਿ ਕਈ ਵਾਰ ਦੁਨਿਆਵੀ ਗੱਲਾਂ ਕਰਦਿਆਂ ਹੀ ਸਮਾਂ ਬਤੀਤ ਹੋ ਜਾਂਦਾ ਹੈ। ਦੁਨਿਆਵੀ ਵਿਚਾਰਾਂ ਵਿੱਚ ਹੀ ਸਮਾਂ ਲੰਘ ਜਾਂਦਾ ਹੈ, ਜਦ ਕਿ ਇਹ ਸਮਾਂ ਸਾਡਾ ਪਰਮੇਸ਼ਵਰ ਦੇ ਗੁਣ ਗਾਉਂਦਿਆਂ ਲੰਘ ਜਾਏ। ਸਤ ਸੰਗਤ ਤੇ ਉਹਨੂੰ ਮੰਨਿਆ ਜਾਂਦਾ ਹੈ ਜਿੱਥੇ ਕੇਵਲ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਹੈ, ਨਾਮ ਦੀ ਵਿਚਾਰ ਹੈ। ਤੇ ਮਹਾਰਾਜ ਕਹਿੰਦੇ ਸੰਤ ਸੰਗ ਮਿਲ, ਗੁਰਮੁਖਾਂ ਦੀ ਸੰਗਤ ਨੂੰ ਮਿਲ ਕੇ ਹਰ ਹਰ ਜਪਿਆ, ਜਿਨ੍ਹਾਂ ਨੇ ਜਪਿਆ ਪਰਮੇਸ਼ਵਰ ਦੇ ਨਾਮ ਨੂੰ। ਬਿਨਸੇ ਆਲਸ ਰੋਗਾ ਜੀਓ, ਜਿਹਦੇ ਅੰਦਰੋਂ ਆਲਸ ਦਾ ਰੋਗ ਨਿਕਲ ਗਿਆ। ਸਮਝ ਕੇ ਚੱਲਣਾ, ਯਤਨ ਇਹੀ ਹੁੰਦਾ ਹੈ ਕਿ ਵਿਚਾਰ ਆਪ ਨੂੰ ਵੀ ਸਮਝ ਆ ਜਾਏ ਤੇ ਸੁਣਨ ਵਾਲਿਆਂ ਨੂੰ ਵੀ ਸਮਝ ਆ ਜਾਏ। ਤੇ ਜੇ ਆਪ ਨੂੰ ਸਮਝ ਨਹੀਂ ਆਈ ਤੇ ਫਿਰ ਦੂਜਿਆਂ ਨੂੰ ਸਮਝਾਉਣਾ ਔਖਾ ਹੋ ਜਾਏਗਾ। ਜਿੱਥੋਂ ਤੱਕ ਸਮਝ ਆਈ ਕਿ ਪਹਿਲੀ ਪੰਗਤੀ ਦਾ ਅਰਥ ਸਮਝਣ ਲਈ ਸਾਨੂੰ ਇਹਨਾਂ ਪੰਗਤੀਆਂ ਨੂੰ ਸਮਝਣਾ ਪੈਣਾ ਹੈ ਕਿ ਹਿਰਦੇ ਵਿੱਚ ਸੁੱਖ ਕਿਵੇਂ ਪਾਲਿਆ, ਪਰਮੇਸ਼ਵਰ ਦਾ ਨਾਮ ਸਿਮਰਦਿਆਂ ਉਹਦੇ ਵਾਸਤੇ ਕੀ ਕਰਨਾ ਪਏਗਾ। ਮਹਾਰਾਜ ਕਹਿੰਦੇ ਪਹਿਲਾਂ ਤਾਂ ਸਤ ਸੰਤ ਸੰਗਤ ਵਿੱਚ ਆ ਕੇ ਤੈਨੂੰ ਮਿਲਣਾ ਪੈਣਾ ਹੈ। ਉਹ ਅਸੀਂ ਆ ਕੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਬੈਠੇ ਹਾਂ। ਫਿਰ ਕੀ ਕਰਨਾ ਹੈ? ਹਰ ਹਰ ਜਪਿਆ, ਪਰਮੇਸ਼ਵਰ ਦੇ ਨਾਮ ਨੂੰ ਜਪਣਾ ਹੈ। ਤੇ ਜਪਣ ਲੱਗਿਆਂ ਕੀ ਕਰਨਾ ਹੈ? ਆਪਣੇ ਆਲਸ ਨੂੰ ਦੂਰ ਕਰਨਾ ਹੈ, ਕਿਉਂਕਿ ਆਲਸ ਵੀ ਕਈ ਵਾਰੀ ਸਾਡੇ ਜੀਵਨ ਵਿੱਚ ਰੁਕਾਵਟ ਬਣ ਜਾਂਦੀ ਹੈ। ਮਨ ਸਾਡਾ ਸੁੱਤਾ ਪਿਆ ਹੈ, ਸਰੀਰ ਕਰਕੇ ਆਪਾਂ ਉੱਠੇ ਹਾਂ, ਉੱਠ ਕੇ ਇਸ਼ਨਾਨ ਕੀਤਾ, ਗੁਰੂ ਦਰ ਤੇ ਸੰਗਤ ਵਿੱਚ ਮਿਲ ਬੈਠੇ ਹਾਂ। ਮਨ ਸੁੱਤਾ ਹੈ, ਇਹਨੂੰ ਜਗਾਉਣਾ ਹੈ। ਪਰ ਇਹ ਨਾ ਹੋਵੇ ਕਿ ਮਨ ਜਾਗੇ ਨਾ ਤੇ ਸਰੀਰ ਵਿੱਚ ਆਲਸ ਪੈਦਾ ਹੋ ਜਾਏ। ਤੇ ਜੇ ਸਰੀਰ ਆਲਸੀ ਹੋ ਗਿਆ ਤੇ ਫਿਰ ਮਨ ਨੂੰ ਜਗਾਉਣਾ ਔਖਾ ਹੋ ਜਾਏਗਾ। ਅਸੀਂ ਇੱਕ ਦੀ ਡਿਊਟੀ ਲਾ ਦਿੱਤੀ ਵੀ ਤੂੰ ਮੈਨੂੰ ਇੰਨੇ ਵਜੇ ਉਠਾ ਦੇਈਂ। ਉਹ ਟਾਈਮ ਲੰਘ ਗਿਆ, 5 ਵਜੇ ਦਾ ਸੀ, 7 ਵੱਜ ਗਏ। ਉਹ ਜਦੋਂ ਉਹਦੀ ਅੱਖ ਖੁੱਲੀ ਉਹਨੇ ਆਖਿਆ ਮੈਂ ਤੈਨੂੰ ਕਿਹਾ ਸੀ ਮੈਨੂੰ ਉਠਾ ਦੇਈਂ। ਉਹ ਕਹਿੰਦਾ ਮੈਂ ਆਪ ਸੌਂ ਗਿਆ, ਤੈਨੂੰ ਕਿੱਥੋਂ ਉਠਾਉਂਦਾ। ਜਿਹਦੀ ਡਿਊਟੀ ਲਾਈ ਸੀ ਉਹ ਆਪ ਹੀ ਸੌਂ ਗਿਆ। ਇਹ ਸਰੀਰ ਜਾਗਿਆ ਸੀ ਤੇ ਸਰੀਰ ਆਇਆ, ਇਹਦੇ ਰਾਹੀਂ ਮਨ ਜਗਾਉਣਾ ਸੀ, ਪਰ ਸਰੀਰ ਨੂੰ ਆਲਸ ਨੇ ਘੇਰਿਆ ਤੇ ਸਰੀਰ ਵੀ ਡਿੱਗ ਪਿਆ। ਇੰਨਾ ਆਲਸ ਕਈ ਵਾਰੀ ਵੇਖਣ ਨੂੰ ਮਿਲਦਾ। ਮੈਨੂੰ ਮਾਫ ਕਰਨਾ, ਤੁਹਾਡੀਆਂ ਵੀ ਅੱਖਾਂ ਵੇਖਦੀਆਂ ਨੇ। ਕਈ ਵਾਰ ਤਾਂ ਇੰਨਾ ਆਲਸ ਘੇਰ ਲੈਂਦਾ ਕਿ ਬੰਦੇ ਦੇ ਹੱਥੋਂ ਦੀ ਗੁਟਕਾ ਸਾਹਿਬ ਵੀ ਡਿੱਗਣ ਵਾਲਾ ਹੋ ਜਾਂਦਾ ਹੈ।
ਇਹ ਹਾਲਤ ਹੋ ਜਾਂਦੀ ਹੈ। ਪਰ ਸਾਨੂੰ ਤੇ ਆਲਸ ਦਾ ਰੋਗ ਦੂਰ ਕਰਨ, ਇਹ ਬਿਮਾਰੀ ਹੈ। ਔਰ ਇਹ ਬਿਮਾਰੀ ਕਦੋਂ ਉੱਠਦੀ ਹੈ? ਜਦੋਂ ਕੋਈ ਚੰਗਾ ਨੇਕ ਕਰਮ ਕਰਨਾ ਹੋਵੇ। ਬੁਰਿਆਈ ਵੇਲੇ ਤੇ ਆਲਸ ਆਉਂਦਾ ਹੀ ਨਹੀਂ, ਅੱਖਾਂ ਬੰਦ ਹੀ ਨਹੀਂ ਹੁੰਦੀਆਂ, ਸਗੋਂ ਖੁੱਲਦੀਆਂ ਨੇ। ਬੁਰਿਆਈ ਵੇਲੇ ਤੇ ਪੂਰਾ ਸੁਚੇਤ ਹੋ ਜਾਂਦਾ ਹੈ, ਸਾਵਧਾਨ ਹੋ ਜਾਂਦਾ ਹੈ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਬੁਰਿਆਈ ਦਾ ਕੰਮ ਕਰਨ ਲੱਗਿਆਂ ਤੇ ਸ਼ੇਰ ਬਣ ਜਾਂਦਾ ਹੈ। ਆਲਸ ਆਸ-ਪਾਸ ਵੀ ਨਹੀਂ, ਪਰ ਜਦੋਂ ਹੀ ਚੰਗਿਆਈ, ਚੰਗਾ ਕੰਮ ਕਰਨਾ ਹੈ, ਆਲਸ ਘੇਰ ਲੈਂਦਾ ਹੈ। ਕਈ ਕਹਿੰਦੇ ਆ ਜੀ ਸਾਨੂੰ ਉੱਦਾਂ ਨੀਂਦ ਨਹੀਂ ਆਉਂਦੀ, ਪਰ ਜਦੋਂ ਹੀ ਅਸੀਂ ਪਾਠ ਕਰਦੇ ਹਾਂ ਪਤਾ ਨਹੀਂ ਨੀਂਦ ਕਿੱਥੋਂ ਆ ਜਾਂਦੀ ਹੈ। ਇਹਦਾ ਵੀ ਇੱਕ ਕਾਰਨ ਹੈ ਕਿ ਜਿਹੜੇ ਮਨ ਨੂੰ ਕਾਬੂ ਕਰਕੇ ਵਿਕਾਰਾਂ ਦੀ ਨੀਂਦ ਵਿੱਚ ਸੁਆ ਕੇ ਬੈਠੇ ਆ, ਜਿਹੜੇ ਮਨ ਨੂੰ ਕਾਬੂ ਕਰਕੇ ਉਹਨੂੰ ਗੂੜੀ ਨੀਂਦ ਵਿੱਚ ਸੁਆ ਕੇ ਬੈਠੇ ਆ, ਉਹ ਚਾਹੁੰਦੇ ਨਹੀਂ ਵੀ ਤੁਸੀਂ ਸਰੀਰ ਕਰਕੇ ਸੁਚੇਤ ਹੋਵੋ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜਦੋਂ ਹੀ ਤੁਸੀਂ ਨਿਤਨੇਮ ਕਰੋ, ਪਾਠ ਕਰੋ, ਸੰਗਤ ਕਰੋ, ਇਹਨਾਂ ਨੇ ਐਸੀ ਹਰਕਤ ਕਰਨੀ ਆ, ਸਰੀਰ ਆਲਸੀ ਹੋ ਜਾਣਾ, ਅੱਖਾਂ ਬੰਦ ਹੋਣੀਆਂ ਸ਼ੁਰੂ ਹੋ ਜਾਣੀਆਂ। ਕਈ ਤਾਂ ਜੇ 1 ਘੰਟਾ 2 ਘੰਟੇ ਬੈਠੇ ਆ ਤੇ ਉਹ 2-1 ਘੰਟੇ ਵਿੱਚ ਪਤਾ ਹੀ ਨਹੀਂ ਕਿਹੜਾ ਸ਼ਬਦ ਪੜਿਆ ਗਿਆ, ਕਿਹੜੀ ਵਿਚਾਰ ਹੋਈ, ਕਿਉਂਕਿ ਆਲਸ ਨੇ ਘੇਰ ਲਿਆ। ਸਾਨੂੰ ਆਖਿਆ ਸੀ ਸਾਵਧਾਨ ਇਕਾਗਰ ਚੀਤ। ਸਾਵਧਾਨਤਾ ਔਰ ਇਕਾਗਰਤਾ ਦਾ ਹੋਣਾ ਬੜਾ ਜ਼ਰੂਰੀ ਹੈ। ਔਰ ਅਸੀਂ ਆਲਸ ਨੂੰ ਆਪਣੇ ਉੱਤੇ ਪ੍ਰਭਾਵ, ਅਸਰ ਪਾਉਣੀ ਨਹੀਂ ਦੇਣਾ, ਕੋਸ਼ਿਸ਼ ਕਰਨੀ ਹੈ। ਜੇ ਆਲਸ ਦਾ ਰੋਗ ਛੁੱਟ ਗਿਆ ਨਾ, ਫਿਰ ਸਮਝ ਲਓ ਮਨ ਨੂੰ ਜਗਾਉਣਾ ਸੌਖਾ ਹੈ। ਫਿਰ ਮਨ ਨੂੰ ਜਗਾਉਣਾ ਸੌਖਾ ਹੈ। ਤੇ ਜਿੱਦਣ ਮਨ ਜਾਗਿਆ, ਸਿਮਰਨ ਤਾਂ ਮਨ ਨਹੀਂ ਕਰਨਾ ਹੈ। ਤੇ ਜਿਸ ਦਿਨ ਤੁਹਾਡਾ ਮਨ ਸਿਮਰਨ ਕਰੇਗਾ, ਜਿਸ ਵਕਤ, ਜਿਸ ਟਾਈਮ, ਉਸੇ ਵੇਲੇ ਸੁੱਖ ਨਾਲ ਹਿਰਦਾ ਭਰ ਜਾਏਗਾ। ਹੁਣ ਦੇਰੀ ਕਿਹਦੇ ਵਿੱਚ ਹੈ? ਜਿਹੜਾ ਇਹ ਆਲਸ ਵਾਲੀ ਬਿਮਾਰੀ ਲੱਗੀ ਹੈ ਨਾ, ਰੋਗ ਲੱਗਾ, ਇਹਦੇ ਤੋਂ ਛੁਟਕਾਰਾ ਪਾਉਣਾ ਔਖਾ ਹੈ, ਟਾਈਮ ਤਾਂ ਲੱਗ ਰਿਹਾ ਹੈ। ਫਿਰ ਮਨ ਨੂੰ ਜਗਾਉਣਾ ਔਖਾ ਹੈ, ਤਾਂ ਟਾਈਮ ਲੱਗ ਰਿਹਾ ਹੈ। ਕਈਆਂ ਦੀ ਸਾਰੀ ਜ਼ਿੰਦਗੀ ਲੰਘ ਗਈ ਹੈ ਪਾਠ ਕਰਦਿਆਂ ਕਰਦਿਆਂ, ਪਰ ਮਨ ਅੱਜ ਵੀ ਸੁੱਤਾ ਪਿਆ ਹੈ। ਗੁਰਬਾਣੀ ਦੀ ਇੱਕ ਵੀ ਪੰਕਤੀ ਉਹਨਾਂ ਦੇ ਜੀਵਨ ਵਿੱਚ ਨਹੀਂ ਢੁੱਕਦੀ ਪਈ, ਪਰ ਸਾਰੀ ਜ਼ਿੰਦਗੀ ਪਾਠ ਕਰਦਿਆਂ ਹੋ ਗਿਆ, ਪਰ ਗੁਰਬਾਣੀ ਦੀ ਇੱਕ ਵੀ ਪੰਕਤੀ ਦਾ ਅਸਰ ਨਜ਼ਰ ਨਹੀਂ ਆ ਰਿਹਾ। ਕਿਉਂ? ਕਿਉਂਕਿ ਮਨ ਸੁੱਤਾ ਪਿਆ ਹੈ। ਉਹ ਸੁੱਤੇ ਹੋਏ ਲੋਕ ਹੀ ਅੰਮ੍ਰਿਤ ਦੀ ਦਾਤ ਲੈ ਲੈਂਦੇ ਆ, ਤੇ ਉਹ ਸੁੱਤੇ ਹੋਏ ਲੋਕ ਹੀ ਫਿਰ 5 ਕਕਾਰਾਂ ਨਾਲ ਖਿਲਵਾੜ ਕਰ ਲੈਂਦੇ ਆ। ਉਹ ਸੁੱਤੇ ਹੀ ਸੀ, ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਕਿਹੜਾ ਅੰਮ੍ਰਿਤ ਪੀ ਕੇ ਆਏ ਆ। ਉਹੀ ਜਿਹੜੇ ਅੰਮ੍ਰਿਤ ਜਿਹੜੇ ਮੂੰਹ ਤੋਂ ਪੀਂਦੇ ਆ, ਉਸੇ ਹੀ ਅੰਮ੍ਰਿਤ ਨੂੰ ਪੀ ਕੇ ਫਿਰ ਉਹੀ ਨਸ਼ੇ ਦੇ ਪਿਆਲੇ ਮੂੰਹ ਨੂੰ ਲਾ ਕੇ ਪੀਂਦੇ ਆ। ਇਹਦਾ ਮਤਲਬ ਇਹ ਸੁੱਤੇ ਪਏ ਆ, ਇਹਨਾਂ ਨੂੰ ਪਤਾ ਹੀ, ਹੋਸ਼ ਹੀ ਕੋਈ ਨਹੀਂ। ਗੁਰਬਾਣੀ ਸਾਨੂੰ ਹੋਸ਼ ਵਿੱਚ ਲਿਆਉਂਦੀ ਹੈ। ਗੁਰਬਾਣੀ ਸਾਨੂੰ, ਅਸੀਂ ਮਦਹੋਸ਼ ਹੋਏ ਪਏ ਹਾਂ ਵਿਕਾਰਾਂ ਦੀ ਨੀਂਦ ਵਿੱਚ, ਹੰਕਾਰ ਦੇ ਨਸ਼ੇ ਵਿੱਚ। ਤੇ ਜਿਸ ਦਿਨ ਗੁਰਬਾਣੀ ਸਾਨੂੰ ਹੋਸ਼ ਵਿੱਚ ਲਿਆਏਗੀ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਉਸੇ ਪਲ ਇਹ ਖੇਡ ਬਣੇਗੀ। ਹਜੇ ਤਾਂ ਆਲਸ ਘੇਰ ਲੈਂਦਾ ਹੈ, ਇਹ ਰੋਗ ਹੈ, ਇਹ ਬਿਮਾਰੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਸੰਤ ਸੰਗ ਮਿਲ ਹਰ ਹਰ ਜਪਿਆ। ਇੱਥੇ ਆ ਕੇ ਹੀ ਆਪਾਂ ਆਲਸ ਨੂੰ ਦੂਰ ਕਰਨਾ ਹੈ, ਇਹ ਰੋਗ ਬਿਮਾਰੀ ਤੋਂ ਛੁਟਕਾਰਾ ਪਾਉਣਾ ਹੈ। ਇਹ ਵੀ ਨਹੀਂ ਕਿ ਆਪਾਂ ਘਰ ਬੈਠੇ ਹੋਏ ਇਹ ਕਹੀਏ ਵੀ ਜਿਸ ਦਿਨ ਆਲਸ ਦੂਰ ਹੋਏਗਾ ਉਸ ਦਿਨ ਸਤਸੰਗ ਵਿੱਚ ਆਵਾਂਗੇ,
ਉੱਥੇ ਆ ਕੇ ਨੀਂਦ ਬੜੀ ਆ ਜਾਂਦੀ ਹੈ। ਚਲੋ ਇੱਕ ਦਿਨ 2 ਦਿਨ, ਤੀਜੇ ਦਿਨ ਕੋਈ ਹਲੂਣਾ ਦੇਗਾ ਵੀ ਉੱਠ ਭਾਈ ਕੀਰਤਨ ਸੁਣ, ਉੱਠ ਵਿਚਾਰ ਸੁਣ, ਹੁਕਮ ਸੁਣ। ਅਗਲੇ ਦਿਨ ਫਿਰ ਥੋੜਾ ਸੁਚੇਤ ਹੋ ਜਾਏਗਾ। ਫਿਰ ਕਿਤੇ ਢਿੱਲ ਮੱਠ ਬਣੀ ਤਾਂ ਫਿਰ ਕੋਈ ਹਲੂਣਾ ਦੇ ਦੇਗਾ, ਫਿਰ ਸੁਚੇਤ ਹੋਏਗਾ। ਇੱਕ ਦਿਨ ਕਰਦੇ ਕਰਦੇ ਫਿਰ ਸਾਵਧਾਨਤਾ ਬਣ ਗਈ ਤੇ ਫਿਰ ਅਗਲੀ ਖੇਡ ਸ਼ੁਰੂ ਹੋ ਜਾਣੀ ਹੈ। ਪਰ ਇਹ ਵੀ ਧਿਆਨ ਰੱਖਿਓ ਕਿ ਜੇ ਸਾਨੂੰ ਕੋਈ ਜਗਾਏ ਜਾਂ ਹਲੂਣਾ ਦੇਵੇ, ਇਹ ਨਹੀਂ ਉਹਦੇ ਗਲ ਪੈ ਜਾਣਾ। ਇਹ ਨਹੀਂ ਕਹਿਣਾ ਵੀ ਤੂੰ ਆਪਣੀ ਸੰਗਤ ਕਰ ਤੇ ਮੈਨੂੰ ਪਤਾ ਹੈ ਮੈਂ ਕਿਵੇਂ ਸੰਗਤ ਕਰਨੀ, ਫਿਰ ਨਹੀਂ ਗੱਲ ਬਣਨੀ। ਜੇ ਸਾਨੂੰ ਕੋਈ ਸੁਚੇਤ ਕਰਦਾ ਤੇ ਉਹਦੇ ਹੱਥ ਜੋੜ ਕੇ ਕਹੋ ਭਲਾ ਹੋਵੇ ਤੇਰਾ, ਤੇਰਾ ਭਲਾ ਹੋਵੇ, ਤੂੰ ਮੈਨੂੰ ਸੁਚੇਤ ਕਰ ਰਿਹਾ ਹੈ। ਪਰ ਗੁਰੂ ਸਾਹਿਬ ਤੇਰੇ ਰਾਹੀਂ ਮੈਨੂੰ ਸੁਚੇਤ ਕਰ ਰਹੇ ਆ। ਤੇ ਜੇ ਆਪਾਂ ਉਹਦੇ ਗਲ ਪੈ ਗਏ, ਉਹਨੂੰ ਲੜਨ ਤੱਕ ਆ ਗਏ, ਫਿਰ ਗੱਲ ਨਹੀਂ ਬਣਨੀ। ਗੁਰਬਾਣੀ ਵਿੱਚੋਂ ਬਖਸ਼ਿਸ਼ਾਂ ਲੈਣ ਤੋਂ ਪਹਿਲਾਂ ਸਾਨੂੰ ਕੁਝ ਗੱਲਾਂ ਸਿੱਖਣੀਆਂ ਨੇ ਕਿ ਅਸੀਂ ਗੁਰੂ ਘਰ ਕਿਵੇਂ ਆਉਣਾ, ਕਿਵੇਂ ਸੇਵਾ ਕਰਨੀ, ਕਿਵੇਂ ਸੰਗਤ ਕਰਨੀ। ਬਾਕੀ ਗੱਲਾਂ ਤੇ ਬਾਅਦ 'ਚ। ਬੱਚਾ ਜਾਂਦਿਆਂ ਸਾਰੀ ਊੜਾ ਐੜਾ ਨਹੀਂ ਪੜਨ ਲੱਗ ਜਾਂਦਾ। ਬੱਚੇ ਨੂੰ ਜਾਂਦਿਆਂ ਸਾਰ ABC ਨਹੀਂ ਪੜ੍ਹਾਈ ਜਾਂਦੀ। ਬੱਚੇ ਨੂੰ ਪਹਿਲਾਂ ਬਿਠਾਉਣਾ ਸਿਖਾਇਆ ਜਾਂਦਾ ਵੀ ਤੂੰ ਕਲਾਸ ਵਿੱਚ ਬੈਠਣਾ ਕਿਵੇਂ ਆ, ਉਹਨੂੰ ਪਹਿਲਾਂ ਸਿਖਾਇਆ ਜਾਂਦਾ ਹੈ। ਉਹ 1 ਮਿੰਟ ਨਹੀਂ ਮਾਂ ਤੋਂ ਬਿਨਾਂ ਰਹਿੰਦਾ। ਪਹਿਲਾ ਜਿਹੜਾ ਨਰਸਰੀ ਵਿੱਚ ਬੱਚਾ ਪਹਿਲੇ ਦਿਨ ਜਾਂਦਾ ਹੈ, ਉਹ ਤੇ ਮਾਤਾ ਤੋਂ ਬਿਨਾਂ ਰਹਿੰਦਾ ਨਹੀਂ, ਉਹਨੂੰ ਸਿਖਾਇਆ ਜਾਂਦਾ ਹੈ। ਅਸੀਂ ਵੀ ਇੱਥੇ ਜਿੰਨਾ ਚਿਰ ਬੈਠਣਾ ਹੈ, ਸਾਨੂੰ ਸੰਸਾਰ ਦਾ ਮੋਹ ਤਿਆਗ ਕੇ ਬੈਠਣਾ ਪੈਣਾ ਹੈ। ਇਹ ਪਹਿਲਾਂ ਸਿੱਖਣਾ ਪੈਣਾ ਸਾਨੂੰ। ਜੇ ਅਸੀਂ ਹਜੇ ਵੀ ਗਲ ਪੈ ਜਾਂਦੇ ਹਾਂ, ਲੜਨ ਤੇ ਆਉਂਦੇ ਹਾਂ ਵੀ ਤੂੰ ਮੈਨੂੰ ਸਮਝਾਉਣ ਵਾਲਾ ਕੌਣ ਹੁੰਨਾ, ਕਹਿਣ ਵਾਲਾ ਕੌਣ ਹੁੰਨਾ, ਫਿਰ ਅਸੀਂ ਕਾਮਯਾਬ ਨਹੀਂ ਹੋ ਸਕਦੇ। ਮੈਨੂੰ ਮਾਫ ਕਰਨਾ। ਅਸੀਂ ਤੇ ਕਾਮਯਾਬ ਹੋਣਾ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਅਸੀਂ ਤਾਂ ਹਜੇ ਬੜੀ ਦੂਰ ਚੱਲਣਾ ਹੈ। ਇੱਥੇ ਤੇ ਪਹਿਲੇ ਕਦਮ ਤੇ ਹੀ ਅਸੀਂ ਹਜੇ ਲੜਖੜਾ ਰਹੇ ਹਾਂ। ਹਉਮੈ ਦਾ ਪ੍ਰਤੀਕ ਬਣ ਕੇ ਆ ਰਹੇ ਹਾਂ ਕਿ ਸਾਨੂੰ ਕੋਈ ਕੁਝ ਕਵੇ ਨਾ। ਜਿੱਦਣ ਕਹਿ ਦਿੱਤਾ ਉਸੇ ਦਿਨ ਹੀ ਉਹਦੇ ਨਾਲ। ਇੱਥੋਂ ਤੱਕ ਵੀ ਦਾਸ ਨੇ ਬੇਨਤੀ ਕੀਤੀ, ਜਿਹੜੇ ਮੂੰਹ ਚੋਂ ਵਾਹਿਗੁਰੂ ਕਹਿੰਦੇ ਹੋ, ਉਸੇ ਮੂੰਹ ਚੋਂ ਭੈੜਾ ਬੋਲ ਕਿਉਂ ਨਿਕਲਦਾ ਹੈ? ਮਾੜਾ ਗੰਦਲਾ ਬੋਲ ਕਿਉਂ ਨਿਕਲਦਾ ਹੈ? ਅੰਦਰ ਮਨ ਨੂੰ ਝੰਜੋੜਦੇ ਨਹੀਂ ਮਨਾ। ਜਿਹੜੇ ਮੂੰਹ ਤੋਂ ਵਾਹਿਗੁਰੂ ਕਹਿੰਦਾ ਉਸੇ ਮੂੰਹ ਤੋਂ ਭੈੜੇ ਬੋਲ ਬੋਲਦਾ ਹੈ। ਇੱਕ ਦਿਨ ਮਨ ਨੂੰ ਹਲੂਣਾ ਦਿਓ, ਦੂਜੇ ਦਿਨ ਦਿਓ, ਤੀਜੇ ਦਿਨ ਦਿਓ, ਆਪੇ ਇੱਕ ਦਿਨ ਖੇਡ ਬਣ ਜਾਣੀ ਹੈ। ਜਿਹੜੇ ਮੁਖ ਤੋਂ ਅਸੀਂ 5 ਪਿਆਰਿਆਂ ਤੋਂ ਅੰਮ੍ਰਿਤ ਲਿਆ, ਉਸੇ ਮੁਖ ਤੋਂ ਨਸ਼ੇ ਨੂੰ ਕਿਵੇਂ ਮੂੰਹ ਲਾ ਲੈਂਦੇ ਆ? ਇਹ ਸੁੱਤੇ ਹੋਏ ਮਨ ਦੀ ਨਿਸ਼ਾਨੀ ਹੈ। ਪਹਿਲਾਂ ਸੇ ਆਲਸ ਵਾਲਾ ਰੋਗ ਦੂਰ ਕਰਨਾ ਪੈਣਾ ਹੈ। ਇਹ ਆਲਸ ਆਵੇ ਹੀ ਨਾ। ਤੇ ਇਹਨੇ ਆਉਣਾ ਉਦੋਂ ਹੀ ਆ ਜਦੋਂ ਤੁਸੀਂ ਕੋਈ ਨੇਕ ਕੰਮ, ਕੋਈ ਚੰਗਾ ਕੰਮ, ਕੋਈ ਭਲੇ ਦਾ ਕੰਮ ਕਰੋਗੇ। ਮਾੜੇ ਕੰਮ ਵੇਲੇ ਇਹ ਆਉਂਦਾ ਹੀ। ਇਹੀ ਤੇ ਕਲਯੁਗ ਹੈ। ਕਈ ਕਹਿੰਦੇ ਕਲਯੁਗ ਕੀ ਹੁੰਦਾ ਹੈ? ਕਲਯੁਗ ਕੀ ਹੁੰਦਾ ਹੈ? ਇਹੀ ਤੇ ਹੁੰਦਾ ਹੈ। ਤੁਸੀਂ ਮਾੜਾ ਕੰਮ ਕਰੋ, ਅੱਖ ਬੰਦ ਨਹੀਂ ਹੋਣੀ, ਸਾਰੀ ਸਾਰੀ ਰਾਤ ਅੱਖ ਖੁੱਲੀ ਰਹੇਗੀ। ਪਰ ਜਦੋਂ ਹੀ ਤੁਸੀਂ ਪਰਮੇਸ਼ਵਰ ਦਾ ਨਾਮ ਸਿਮਰੋਗੇ ਜਾਂ ਕੋਈ ਨੇਕ ਭਲੇ ਦੇ ਕੰਮ ਲਈ ਤੁਰੋਗੇ, ਉਸੇ ਵੇਲੇ ਹੀ ਆਲਸ ਨੇ ਘੇਰ ਲੈਣਾ ਹੈ। ਉਸੇ ਵੇਲੇ ਕੱਲ ਤੇ ਗੱਲ ਆ ਜਾਣੀ ਹੈ ਵੀ ਛੱਡੋ ਪਰਾਂ, ਅੱਜ ਕੀ ਕਰਨਾ, ਕੱਲ ਨੂੰ ਸਹੀ। ਪਰ ਬੁਰੇ ਕੰਮ ਕਰਨ ਲਈ ਤਾਂ ਬੰਦਾ ਕਹਿੰਦਾ ਹੀ ਨਹੀਂ। ਉਹ ਇਹ ਵੀ ਨਹੀਂ ਕਹਿੰਦਾ ਘੰਟੇ 2 ਘੰਟੇ ਬਾਅਦ ਸਹੀ, ਨਹੀਂ, ਹੁਣੇ ਹੀ, ਇਸੇ ਵੇਲੇ ਹੀ। ਇਸ ਲਈ ਸਤਿਗੁਰੂ ਮਹਾਰਾਜ ਜੀ, ਕਬੀਰ ਜੀ ਤਾਂ ਰੋਜ਼ ਹਲੂਣਾ ਦਿੰਦੇ ਆ। ਰੋਜ਼ ਹਲੂਣਾ ਦੇ ਕੇ ਕਹਿ ਰਿਹਾ, ਕਬੀਰ ਲੂਟਣਾ ਹੈ ਤਾਂ ਲੂਟ ਲੈ। ਤੇ ਜੇ ਕਿਤੇ ਬਾਹਰ ਬਾਜ਼ਾਰ ਵਿੱਚ ਆਵਾਜ਼ ਦਿੱਤੀ ਹੋਵੇ ਤੇ ਫਿਰ ਮੰਜੇ ਤੇ ਪਿਆ ਰਹਿੰਦਾ ਬੰਦਾ, ਅੱਖ ਬੰਦ ਹੁੰਦੀ ਨਾ। ਬੰਦਾ ਕਹਿੰਦਾ ਵੀ ਸੌਦਾ ਬੜਾ ਸਸਤਾ ਹੈ ਤੇ ਲੁੱਟ ਲਓ, ਮੇਰੇ ਤੋਂ ਪਹਿਲਾਂ ਬਾਜੀ ਕੋਈ ਹੋਰ ਨਾ ਮਾਰ ਜੇ।
ਫਿਰ ਸਾਰੇ ਕੰਮ ਛੁੱਟ ਜਾਂਦੇ ਆ, ਰੋਟੀ ਵੀ ਛੁੱਟ ਜਾਂਦੀ ਹੈ, ਸਾਰੇ ਕੰਮ ਛੁੱਟ ਜਾਂਦੇ ਆ। ਜਦੋਂ ਕੋਈ ਨੇਕ ਕੰਮ ਕਰਨਾ ਫਿਰ ਬੰਦੇ ਨੂੰ ਸਾਰੇ ਕੰਮ ਚੇਤੇ ਆ ਜਾਂਦੇ ਆ। ਇਹ ਅਸਲੀਅਤ ਹੈ। ਅੱਗੇ ਵੀ ਆਪ ਜੀ ਨਾਲ ਬੇਨਤੀ, ਦੇਖੋ ਵਿਚਾਰ ਤਾਂ ਆਪਾਂ ਸਮਝਣੀਆਂ, ਪਰ ਇਹ ਗੱਲਾਂ ਵੀ ਸਮਝਣੀਆਂ ਜ਼ਰੂਰੀ ਨੇ। ਕਦੇ ਸੋਚਿਓ ਵੀ ਗੁਰੂ ਘਰ ਜਿੱਦਣ ਆਉਣਾ, ਸੰਗਤ ਕਰਨੀ, ਸੇਵਾ ਸਿਮਰਨ ਵਿੱਚ ਜੁੜਨਾ, ਉਦੋਂ ਕਈਆਂ ਦੀ ਰਸਨਾ ਤੋਂ ਸੁਣਿਆ ਵੀ ਅਸੀਂ ਤੇ ਮਸਾਂ ਹੀ ਆਏ ਆ, ਸਾਡੇ ਕੋਲ ਤਾਂ ਟਾਈਮ ਨਿਕਲਦਾ ਹੀ ਨਹੀਂ ਹੈ, ਵਕਤ ਹੈ ਹੀ ਨਹੀਂ ਸਾਡੇ ਕੋਲ, ਅਸੀਂ ਤੇ ਕੁਝ ਸਮਾਂ ਕੱਢ ਕੇ ਆਏ ਆ। ਪਰ ਜੇ ਕਿਤੇ ਦੁਨਿਆਵੀ ਸੌਦੇ ਦੀ ਬਾਜੀ ਮਾਰਨੀ ਹੋਵੇ, ਬੰਦਾ ਕਹਿੰਦਾ ਸਾਰੇ ਕੰਮ ਹੁੰਦੇ ਰਹਿਣਗੇ, ਪਹਿਲਾਂ ਆਹ ਸੌਦੇ ਤੇ ਬਾਜੀ ਮਾਰ ਲਈਏ, ਪਤਾ ਨਹੀਂ ਕੋਈ ਹੋਰ ਨਾ ਮਾਰ ਜਾਏ। ਤੇ ਕਬੀਰ ਜੀ ਕੀ ਕਹਿੰਦੇ ਆ? ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟਾ, ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਹੇਂਗੇ ਛੂਟਾ। ਜੇ ਪ੍ਰਾਣ ਛੁੱਟ ਗਏ ਨਾ ਸੱਜਣਾ, ਆਹ ਸੌਦਾ ਜੇ ਤੂੰ ਨਾ ਲਿਆ ਤੇ ਫਿਰ ਬਾਹਰ ਦਾ ਸੌਦਾ ਤੇਰਾ ਧਰਿਆ ਧਰਾਇਆ ਹੀ ਰਹਿ ਜਾਣਾ ਹੈ। ਬਾਹਰ ਦੇ ਸੌਦੇ ਤੇਰੇ ਕਿਸੇ ਕੰਮ ਨਹੀਂ ਆਉਣੇ। ਤੂੰ ਬਾਜੀ ਮਾਰ ਵੀ ਲਏਗਾ, ਤੂੰ ਸੌਦੇ ਜਿੱਤ ਵੀ ਲਏਗਾ, ਆਪਣੇ ਹਿੱਸੇ ਵਿੱਚ ਸੌਦਾ ਤੂੰ ਲੈ ਵੀ ਲਏਗਾ, ਪਰ ਜਿੱਦਣ ਪ੍ਰਾਣ ਛੁੱਟ ਗਿਆ, ਉਸ ਦਿਨ ਬਾਹਰ ਦੇ ਸੌਦੇ ਉੱਥੇ ਹੀ ਪਏ ਪਏ ਰਹਿ ਜਾਣੇ ਆ। ਆਹ ਸੌਦਾ ਤੇਰੇ ਨਾਲ ਨਿਭਣਾ ਸੀ, ਉਧਰ ਤੇਰੇ ਧਿਆਨ ਕੋਈ ਨਹੀਂ ਗਿਆ। बुरे काम को ऊठ खलोया, नाम की बेला पै पै सोया। कबीर सूता क्या करे, उठ के न जपे मुरार, एक दिन सोवन होए गो लांबे गोंड। पसार सोना तो एक दिन है, पर हजे कच्ची नींद है, जाग सकते हैं। जिस दिन पक्की आ गई उस दिन औखा हो जाना। गुरु अर्जन देव महाराज जी कहते आ, किने सिमर के सुख पाया, संत संग मिल हर हर जपिया। ते जप के संगत विच बिनसे आलस रोगा जियो। जिहड़ा अंदर आलस दा रोग सी बिनस गया। आलस वाला रोग जिहड़ा सी वो बिनस गया। हुण आलस इन्ना दूर हो गया रोग, हुण तां अद्धी रात हुंदी है ते अख खुल जाती है भी किते समा ना लंघ जाए। हुण अखां विच नींद नहीं आउंदी। हुण प्यारे नूं जिस दिन आ आलस दूर होएगा ना, उस दिन प्यारे नूं मिलण दी तांग लग जानी है। ते जिस दिन प्यारे नूं मिलण दी तड़प पैदा हो गई, उस दिन नींद आउणी कोई नहीं। उस दिन फिर भुख भी नहीं लगनी, प्यास भी कोई नहीं लगनी। कल ही किसी ने क्लिप भेजिया एक वीडियो, आपां गुरु अर्जन देव पातशाह दा पुरब मनाया शहीदी, ते जिन्नी संगत गुरु दे घर विच आ रही सी, वो बाहर माइक लैके खलोते सी भी चलो अज छबीलां लगियां, लंगर लगे ने। ते जिहड़ी संगत आ रही है, इन्हां नूं पुछ ही लईए भी अज तुसीं विशेष तौर ते आ रहे हो, वो क्यों, की कारण है। जिन्नियां नूं भी उन्होंने पुछया, कई ते मूँह पिछे नूं घुमा गए, ते कईयां ने कहा भी अज गुरु गोबिंद सिंह जी दा शहीदी दिन है। कई कहंदे गुरु तेग बहादुर साहब जी दा शहीदी दिन है। कई कहंदे अज गुरु अंगद साहब जी दा। एक नौजवान नूं पुछया, वो कहंदा जी मैनूं पता लगा अज तिहार मना रहे ने। लो असीं कित्थे जा रहे हैं, सानू यही नहीं पता भी अज दिन किहड़ा है, किहड़े गुरु दा है, ते शहादत क्यों होई है, असीं किहड़े राह तुर पए हैं। असीं खुशियां भालदे हैं, सुख भालदे हैं, पर सानू यही नहीं पता जिस गुरु घर चले हैं उस गुरु घर अज दिहाड़ा काहदा है। वो नौजवान जदों वो सुन रहा सी, वीडियो क्लिप किसे भेजिया, तो जदों नौजवान ने कहा ना भी अज मैं सुनिया त्योहार है, तो मत्था ही टेक आवां जाके, बड़ी गहरी चोट लगी।
ਸਾਨੂੰ ਇਹ ਹੀ ਨਹੀਂ ਪਤਾ ਵੀ ਅੱਜ ਤਿਉਹਾਰ ਹੈ ਕਿ ਸ਼ਹੀਦੀ ਦਿਹਾੜਾ ਹੈ। ਫਿਰ ਸਾਨੂੰ ਇਹ ਨਹੀਂ ਪਤਾ ਵੀ ਕਿਹੜੇ ਗੁਰੂ ਸਾਹਿਬ ਦਾ ਅਸੀਂ ਸਿੱਖ ਕਹਾਉਣ ਦੇ ਯੋਗ ਹਾਂ, ਕਿ ਅਸੀਂ ਸਿੱਖ ਕਹਾਉਣ ਦੇ ਲਾਇਕ ਹਾਂ। ਅਸੀਂ ਜਿਹਦੇ ਸਿੱਖ ਕਹਾਉਂਦੇ ਆ ਉਹਦੇ ਗੁਰੂ ਦਾ ਸਾਨੂੰ ਪਤਾ ਹੀ ਕੋਈ ਨਹੀਂ, ਸਾਨੂੰ ਸੋਝੀ ਹੋਈ ਕੋਈ ਨਹੀਂ ਹੈ ਵੀ 10 ਗੁਰੂ ਸਾਹਿਬਾਨ ਦੇ ਵਿੱਚ ਕਿਹੜੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ। ਔਰ ਇੱਕ ਗੱਲ ਕੱਲ ਵੀ ਸੁਣਨ ਵਿੱਚ ਮਿਲੀ, ਪਹਿਲਾਂ ਵੀ ਸਾਲ ਪਹਿਲਾਂ ਇੱਕ ਕਲਿੱਪ ਆਇਆ ਸੀ, ਕੱਲ ਵੀ ਇੱਕ ਉੱਥੇ ਮਾਤਾ ਜੀ ਕਹਿ ਰਹੇ ਸੀ, ਕਹਿੰਦੇ ਜੀ ਚੰਦੂ ਦੀ ਨੂੰਹ ਨੇ ਛਬੀਲ ਲਿਆਂਦੀ ਸੀ ਤੇ ਉਹ ਛਬੀਲਾਂ ਗੁਰੂ ਸਾਹਿਬ ਕਹਿੰਦੇ ਚੱਲਣਗੀਆਂ, ਤੇ ਅਸੀਂ ਸੋਚਿਆ ਵੀ ਚਲੋ ਛਬੀਲ ਲੱਗੀ ਆ ਉਹ ਪੀ ਵੀ ਆਈਏ ਤੇ ਹਿੱਸਾ ਪਾਈਏ। ਮਾਫ ਕਰਨਾ, ਇਹ ਚੰਦੂ ਦੀ ਜਿਹੜੀ ਨੂੰਹ ਹੈ ਇਹ ਉਹਦੇ ਕਹਿਣ ਤੇ ਛਬੀਲਾਂ ਨਹੀਂ ਚੱਲੀਆਂ, ਇਹ ਭੁਲੇਖੇ ਪਾਏ ਜਾ ਰਹੇ ਆ ਸਾਨੂੰ। ਉਹਦਾ ਕਾਰਨ ਕੀ ਹੈ ਸਾਨੂੰ ਆਪ ਨਹੀਂ ਪਤਾ, ਇਤਿਹਾਸ ਕੀ ਹੈ, ਨਾ ਅਸੀਂ ਆਪ ਜੁੜ ਪਾ ਰਹੇ ਨਾ ਬੱਚਿਆਂ ਨੂੰ ਜੋੜ ਪਾ ਰਹੇ ਆ। ਕਿਹੜੇ ਰਾਹ ਤੁਰ ਪਏ ਆ? ਜੁੜੋ, ਅੱਜ ਘਰ ਵਿੱਚ ਇਤਿਹਾਸ ਰੱਖੋ ਆਪਣਾ। ਛੋਟੇ ਛੋਟੇ ਬੱਚਿਆਂ ਨੂੰ ਕੋਲ ਬਿਠਾ ਕੇ, ਚਲੋ ਨੌਜਵਾਨ ਨਹੀਂ ਬੈਠਦੇ, ਛੋਟਿਆਂ ਨੂੰ ਬਿਠਾ ਕੇ ਸਿਖਾਓ, ਜਵਾਨੀ ਵੇਲੇ ਆਪੇ ਬੈਠਣਗੇ। ਜੇ ਅਸੀਂ ਬਚਪਨ ਹੀ ਇਹਨਾਂ ਦਾ ਅਜਾਈ ਗਵਾਤਾ ਤੇ ਫਿਰ ਜਵਾਨੀ ਵੇਲੇ ਅਰਦਾਸਾਂ ਕਰਾਉਨੇ ਆ ਵੀ ਸਾਡੇ ਬੱਚੇ ਧੀਆਂ ਪੁੱਤਰ ਇੱਧਰ ਮੁੜ ਆਉਣ। ਗੁਰੂ ਸਾਹਿਬ ਕਿਰਪਾ ਕਰਨ, ਇਹ ਛਬੀਲਾਂ ਦੇ ਲੰਗਰ ਜਲ ਛਕਾਉਣ ਦੀ ਸੇਵਾ, ਲੰਗਰ ਦੀ ਸੇਵਾ ਤੇ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਗਈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿੰਨੇ ਸਾਲ ਜਲ ਦੀ ਸੇਵਾ ਨਿਭਾਈ ਹੈ। ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਪਾਤਸ਼ਾਹ ਜਲ ਦੀ ਸੇਵਾ ਕਰਦੇ ਰਹੇ, ਜਲ ਢੋਣ ਦੀ ਸੇਵਾ, ਜਲ ਛਕਾਉਣ ਦੀ ਸੇਵਾ ਕਰਦੇ ਰਹੇ। ਪਰ ਅਸੀਂ ਕਹਾਣੀ ਚੰਦੂ ਦੀ ਨੂੰਹ ਦੀ ਬਣਾ ਕੇ ਪੇਸ਼ ਕਰਤੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਤਤੀ ਤਵੀ ਤੇ ਬੈਠੇ, ਉਬਲਦੇ ਪਾਣੀ 'ਚ ਬੈਠੇ ਤੇ ਇਹਦੀ ਨੂੰਹ ਮਿੱਠਾ ਜਲ ਬਣਾ ਕੇ ਲਿਆਈ ਛਕਣ ਵਾਸਤੇ। ਭੋਜਨ ਮਹਾਰਾਜ ਨੇ ਕਿਹਾ ਅਸੀਂ ਨਹੀਂ ਛਕਣਾ। ਔਰ ਦੂਜੀ ਗੱਲ ਵੇਖੋ, ਕਹਿੰਦੇ ਅਸੀਂ ਨਹੀਂ ਛਕਣਾ, ਸਾਡੀ ਸੰਗਤਾਂ ਨੂੰ ਛਕਾ ਦਿਓ। ਕੋਈ ਮਾਂ ਕਹਿੰਦੀ ਹੈ ਵੀ ਮੈਂ ਜ਼ਹਿਰ ਨਹੀਂ ਖਾਣੀ, ਮੇਰੇ ਬੱਚਿਆਂ ਨੂੰ ਖਵਾ ਦਿਓ। ਕੋਈ ਮਾਂ ਬਾਪ ਕਹਿੰਦੇ ਆ ਵੀ ਇਹ ਜ਼ਹਿਰ ਮੈਂ ਨਹੀਂ ਖਾਣੀ, ਵੀ ਇਹ ਚੰਦੂ ਦੇ ਘਰੋਂ ਬਣ ਕੇ ਆਇਆ, ਇਹ ਬੇਈਮਾਨੀ ਦੇ ਪੈਸੇ 'ਚੋਂ ਬਣ ਕੇ ਆਇਆ, ਇਹ ਮੈਨੂੰ ਨਹੀਂ, ਸੰਗਤਾਂ ਨੂੰ ਖਵਾ ਦਿਓ। ਅਸੀਂ ਇੱਥੇ ਹੀ ਸੋਚ ਲੈਂਦੇ ਵੀ ਇਹ ਕਹਾਣੀ ਸਹੀ ਨਹੀਂ ਹੈ, ਕਿਉਂਕਿ ਕੋਈ ਮਾਂ ਬਾਪ ਇਹ ਨਹੀਂ ਕਹਿਣਗੇ ਵੀ ਮੈਂ ਨਹੀਂ ਬੇਈਮਾਨੀ ਦੀ ਕਮਾਈ ਖਾਣੀ, ਮੇਰੇ ਬੱਚਿਆਂ ਨੂੰ ਖਵਾ ਦਿਓ। ਅਸੀਂ ਉਹ ਕਹਾਣੀ ਬਣਾ ਕੇ ਪੇਸ਼ ਕਰ ਦਿੱਤੀ। ਸੁਣਨ ਵਾਲਿਆਂ ਨੇ ਵੀ ਅੱਗੋਂ 20-20, 50-50 ਜਾਣਿਆਂ ਨੂੰ ਭੇਜ ਦਿੱਤਾ ਤੇ ਅੱਗੋਂ ਪਤਾ ਨਹੀਂ ਹਜ਼ਾਰਿਆਂ ਨੂੰ ਉਹ ਪਹੁੰਚ ਗਿਆ। ਉਹਦਾ ਕਾਰਨ ਕੀ ਹੈ? ਸਾਡੇ ਵਿੱਚ ਬੜੀਆਂ ਕਮੀਆਂ ਨੇ। ਗੁਰਬਾਣੀ ਦੀਆਂ ਕਈ ਪੰਕਤੀਆਂ ਕਾਡਾਂ ਤੇ ਛਪੀਆਂ, ਸਾਨੂੰ ਉਹ ਨਹੀਂ ਪਤਾ ਲੱਗਦਾ। ਸਾਨੂੰ ਇਤਿਹਾਸ ਸੁਣਾਇਆ ਜਿੱਦਾਂ ਜਾ ਰਿਹਾ ਉਹ ਸਾਨੂੰ ਨਹੀਂ ਪਤਾ ਲੱਗਦਾ। ਦਿਨ ਦਿਹਾੜੇ ਸਾਨੂੰ ਨਹੀਂ ਪਤਾ ਲੱਗ ਰਹੇ। ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਅਸੀਂ ਗੁਰੂ ਦੇ ਸਿੱਖ ਹਾਂ? ਸਤਿਗੁਰੂ ਜੀ ਮਿਹਰ ਕਰਨ, ਆਪ ਜੁੜੀਏ, ਬੱਚਿਆਂ ਨੂੰ ਜੋੜੀਏ, ਬੜੀ ਜ਼ਰੂਰਤ ਹੈ। ਵਿਦੇਸ਼ਾਂ ਵਾਲੇ ਜਿਹੜੇ ਆ ਉਹ ਮੱਲਾਂ ਮਾਰੀ ਜਾਂਦੇ ਆ, ਆਪਾਂ ਆਪਣੀ ਪੰਜਾਬ ਦੀ ਧਰਤੀ ਤੇ ਰਹਿ ਕੇ ਪਿੱਛੇ ਹੋਈ ਜਾਂਦੇ ਆ। ਵਿਦੇਸ਼ਾਂ ਵਿੱਚ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਬਕਾਇਦਾ ਲੱਗਦੀਆਂ ਨੇ। ਛੋਟੇ ਛੋਟੇ ਬੱਚੇ ਵੀ ਬਾਣੀ ਇੱਦਾਂ ਪੜ੍ਹਦੇ ਆ। ਕਈ ਵਾਰੀ ਆਪਣਾ ਵੀ ਸਿਰ ਨੀਵਾਂ ਹੋ ਜਾਂਦਾ ਹੈ, ਇਹ ਸੋਚਿਆ ਸੀ ਵੀ ਇਹ ਤੇ ਵਿਦੇਸ਼ਾਂ ਦੇ ਜੰਮਪਲ ਨੇ, ਵੀ ਇਹਨਾਂ ਨੂੰ ਪੰਜਾਬੀ ਕਿੱਥੇ ਆਉਂਦੀ ਹੋਏਗੀ। ਪਰ ਜਦੋਂ ਪਾਠ ਕਰਦੇ ਆ ਤਾਂ ਸਿਰ ਝੁਕਦਾ ਹੈ। ਜਦੋਂ ਅੰਗਰੇਜ਼ਾਂ ਨੂੰ ਅਸੀਂ ਵੇਖਦੇ ਹਾਂ ਸਾਬਤ ਸੂਰਤ ਸਿੱਖੀ ਸਰੂਪ, ਉਹਨਾਂ ਨੂੰ ਕੀਰਤਨ ਕਰਦਿਆਂ ਵੇਖਦੇ ਹਾਂ, ਸਿਰ ਝੁਕਦਾ ਹੈ ਕਿ ਜਿਨ੍ਹਾਂ ਨੂੰ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਸੀ ਪਤਾ, ਅੱਜ ਸਾਨੂੰ ਸਿੱਖੀ ਉਹਨਾਂ ਵਿੱਚੋਂ ਮਿਲਦੀ ਪਈ ਹੈ। ਇਹੀ ਤੇ ਆਲਸ ਹੈ ਜਿਹੜਾ ਸਾਨੂੰ ਸਮਝ ਨਹੀਂ ਆ ਰਿਹਾ। ਆਲਸੀ ਹੋ ਕੇ ਬਸ ਦੁਨੀਆ 'ਚ ਵਿਚਰ ਰਹੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਅਸੀਂ ਕਾਹਦੇ ਲਈ ਦੁਨੀਆ ਵਿੱਚ ਆਏ ਹਾਂ। ਸੁੱਤੇ ਪਈ ਕੁਫੱਕੜੇ ਭੈੜੇ ਕੰਮ ਕਰੀ ਜਾ ਰਹੇ ਹਾਂ। ਪ੍ਰਾਣੀ ਸੁਚੇਤ ਹੋ,
ਪ੍ਰਾਣੀ ਤੂੰ ਆਇਆ ਲਾਹਾ ਲੈਣ। ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰੈਣ। ਤੇਰੀ ਸੁੱਤੀਆਂ ਰਾਤ ਲੰਘ ਜਾਣੀ ਆ ਜ਼ਿੰਦਗੀ ਦੀ। ਗੱਲ ਕਰ ਰਿਹਾ ਸੀ ਜਿਹਦਾ ਅੰਦਰ ਸੁਚੇਤ ਸਾਵਧਾਨ ਹੋ ਗਿਆ ਉਹਨੂੰ ਤਾਂ ਨੀਂਦ ਆਉਂਦੀ ਨਹੀਂ। ਮੈਂ ਨੈਣੀ ਨੀਂਦ ਨਾ ਆਵੈ ਜਿਉ ਭਾਵੈ ਅੰਨ ਨਾ ਪਾਣੀ। ਉਹਨੂੰ ਤੇ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਪਾਣੀ ਵੀ ਨਹੀਂ ਪਾਉਂਦਾ, ਭੋਜਨ ਵੀ ਨਹੀਂ ਪਾਉਂਦਾ, ਉਹਦੇ ਨੇਤਰਾਂ 'ਚ ਤਾਂ ਨੀਂਦ ਵੀ ਨਹੀਂ ਆਉਂਦੀ। ਇਸ ਲਈ ਮਹਾਰਾਜ ਕਹਿੰਦੇ ਸੁੱਖ ਕਿਵੇਂ ਮਿਲੇਗਾ ਤੁਹਾਨੂੰ? ਤੁਸੀਂ ਕਹਿੰਦੇ ਹੋ ਬਾਣੀ ਬੜੀ ਪੜ੍ਹਦੇ ਆ, ਨਿਤਨੇਮ ਬੜਾ ਕਰਦੇ ਆ। ਅਸੀਂ ਤੇ ਕਦੇ ਨਿਤਨੇਮ ਆਪਣਾ ਖੁੰਝਾਇਆ ਹੀ ਨਹੀਂ ਹੈ, ਪਰ ਦੁੱਖ ਤਾਂ ਫਿਰ ਵੀ ਆਈ ਜਾ ਰਹੇ ਆ। ਮਹਾਰਾਜ ਕਹਿੰਦੇ ਸੁੱਖ ਮਿਲਦਾ ਹੈ, ਅਸੀਂ ਕਹਿੰਦੇ ਹਾਂ ਸੁੱਖ ਮਿਲਦਾ ਨਹੀਂ। ਹੁਣ ਗੜਬੜ ਕਿੱਥੇ ਹੈ? ਕਮੀ ਕਿੱਥੇ ਹੈ? ਕਮੀ ਸਾਡੇ ਵਿੱਚ ਹੀ ਹੈ, ਕਮੀ ਗੁਰਬਾਣੀ ਵਿੱਚ ਨਹੀਂ ਹੈ। ਗੁਰਬਾਣੀ ਤਾਂ ਸੱਤ ਹੈ। ਔਰ ਇਹ ਦੁਨਿਆਵੀ ਬਾਣੀ ਹੁੰਦੀ ਤਾਂ ਵੀ ਆਪਾਂ ਕਿੰਤੂ ਪਰੰਤੂ ਕਰ ਦਿੰਦੇ, ਪਰ ਇਹ ਹੈ ਹੀ ਧੁਰ ਕੀ ਬਾਣੀ। ਇਹ ਹੈ ਹੀ ਕਰਤੇ ਨੇ ਆਪ ਇੱਕ ਇੱਕ ਅੱਖਰ ਮੂੰਹੋਂ ਕਢਵਾਇਆ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੀ ਕਰੋ? ਸੰਤ ਸੰਗ ਮਿਲ ਹਰ ਹਰ ਜਪਿਆ। ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਮਿਲ ਕੇ ਜਪਿਆ, ਬਿਨਸੇ ਆਲਸ ਰੋਗਾ ਜੀਓ। ਉਹਨਾਂ ਦੇ ਆਲਸ ਵਾਲਾ ਰੋਗ ਬਿਨਸ ਗਿਆ। ਜਿਨ੍ਹਾਂ ਦੇ ਆਲਸ ਵਾਲਾ ਰੋਗ ਬਿਨਸਿਆ ਉਹਨਾਂ ਨੂੰ ਫਿਰ ਭਗਤਾਂ ਦਾ ਜੀਵਨ ਪੜ੍ਹਨ ਸੁਣਨ ਨੂੰ ਮਿਲਿਆ, ਭਗਤਾਂ ਦੀ ਬਾਣੀ ਦੇ ਹਲੂਣੇ ਮਿਲੇ। ਫਿਰ ਕੀ ਹੋਇਆ? ਆਪਾਂ ਪੰਗਤੀ ਤੋਂ ਪਿਛਾਂਹ ਨੂੰ ਜਾਣਾ ਹੈ, ਕਿਉਂਕਿ ਪਹਿਲੀ ਪੰਗਤੀ ਦੇ ਅਰਥ ਤਾਂ ਸਮਝ ਆਉਣੇ ਆ। ਫਿਰ ਕਰ ਕਿਰਪਾ ਭਗਤੀ ਪ੍ਰਗਟਾਇਆ। ਭਗਤੀ ਤੱਤੇ ਦੇ ਉੱਪਰ ਬਿੰਦੀ ਲੱਗੀ ਹੋਈ ਹੈ, ਇੱਥੇ ਆਪਾਂ ਕੋਲੋਂ ਨਹੀਂ ਲਾਈ, ਪਹਿਲਾਂ ਹੀ ਲੱਗੀ ਹੋਈ ਹੈ। ਭਗਤੀ ਪ੍ਰਗਟਾਇਆ, ਭਗਤਾਂ ਦੇ ਜੀਵਨ ਕਰਕੇ ਅੰਦਰ ਜਿਹੜਾ ਸੀ ਕਹਿੰਦੇ ਕਿਰਪਾ ਵਰਤੀ, ਤੇ ਅੰਦਰ ਜਿਹੜਾ ਸੀ ਮਨ ਜਾਗਿਆ, ਅੰਦਰ ਮਨ ਜਗਿਆਸੂ ਬਣ ਗਿਆ। ਜਦੋਂ ਅਸੀਂ ਕਬੀਰ ਸਾਹਿਬ ਦਾ ਜੀਵਨ ਸੁਣਿਆ, ਹੁਣ ਸੰਗਤ 'ਚ ਬੈਠੇ ਆ, ਕੇਵਲ ਗੁਰੂ ਸਾਹਿਬ ਦੀ ਬਾਣੀ ਨਹੀਂ, ਨਾਲ ਨਾਲ ਭਗਤਾਂ ਦੀ ਬਾਣੀ ਵੀ ਸੁਣਨ ਨੂੰ ਮਿਲਦੀ ਹੈ। ਤੇ ਜਦੋਂ ਅਸੀਂ ਭਗਤਾਂ ਦਾ ਜੀਵਨ ਸੁਣਿਆ, ਉਹਨਾਂ ਦੀ ਬਾਣੀ ਸੁਣੀ, ਤਾਂ ਅੰਦਰ ਫਿਰ ਖੇਡ ਬਣੀ। ਤੇ ਜਦੋਂ ਕਿਰਪਾ ਹੋਈ ਉਸ ਮਾਲਕ ਦੀ, ਫਿਰ ਸਿਮਰਤ ਨਾਮ ਹਿਰਦੈ ਸੁਖ ਪਾਇਆ। ਫਿਰ ਪਰਮੇਸ਼ਵਰ ਦੇ ਨਾਮ ਨੂੰ ਸਿਮਰਦਿਆਂ ਹਿਰਦੇ ਦੇ ਵਿੱਚ ਸੁਖ ਪਾ ਲਿਆ। ਕਿਹਨਾਂ ਨੇ? ਜਿਨ੍ਹਾਂ ਨੇ ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਵਰ ਦੇ ਨਾਮ ਨੂੰ ਜਪਦਿਆਂ ਆਪਣੇ ਜੀਵਨ ਚੋਂ ਆਲਸ ਦੀ ਬਿਮਾਰੀ ਨੂੰ, ਆਲਸ ਦੇ ਰੋਗ ਨੂੰ ਦੂਰ ਕਰ ਲਿਆ। ਔਰ ਜਿਨ੍ਹਾਂ ਦੇ ਅੰਦਰ ਮਨ ਵਿੱਚ ਜਿਗਿਆਸਾ ਪੈਦਾ ਹੋਈ, ਉਹਨਾਂ ਨੇ ਫਿਰ ਸਿਮਰ ਕੇ ਸੁਖ ਪਾ ਲਿਆ ਹੈ। ਜਾ ਕੇ ਗ੍ਰਹਿ ਨਵ ਨਿਧ ਹਰ ਪਾਈ, ਤਿਸ ਮਿਲਿਆ ਜਿਸ ਪੁਰਬ ਕਮਾਈ। ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਹੁਣ ਜਿਨੇ ਆਲਸ ਦਾ ਰੋਗ ਦੂਰ ਕਰਕੇ ਪਰਮੇਸ਼ਵਰ ਨੂੰ ਜਪ ਕੇ ਕਿਰਪਾ ਲੈ ਕੇ ਹਿਰਦੇ ਵਿੱਚ ਸੁਖ ਪਾ ਲਿਆ, ਉਹਨਾਂ ਫਿਰ ਕੀ ਆਖਿਆ? ਉਹ ਕਹਿੰਦੇ ਜਾਂ ਕੇ ਗ੍ਰਹਿ ਨਵ ਨਿਧ ਹਰ ਭਾਈ। ਇਹ ਵਾਹਿਗੁਰੂ ਦੇ ਪਿਆਰਿਓ, ਇਹ ਮੇਰੇ ਭਾਈ, ਉਸ ਮਾਲਕ ਦੇ ਗ੍ਰਹਿ ਵਿਖੇ ਤਾਂ 9 ਨਿਧੀਆਂ ਦੇ 18 ਸਿੱਧੀਆਂ ਦੇ ਖਜ਼ਾਨੇ ਭਰੇ ਪਏ ਆ। ਉਹਦੇ ਘਰ ਤਾਂ ਖਜ਼ਾਨੇ ਭਰੇ ਪਏ ਨੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਪਰ ਜਿਹਨੂੰ ਤੁਸੀਂ ਦਿੰਦੇ ਹੋ, ਇਹ ਖਜ਼ਾਨੇ ਮਿਲਦੇ ਵੀ ਉਹਨੂੰ ਹੈ। ਹੁਣ ਜਿਹਨੇ ਇਹ ਬਖਸ਼ਿਸ਼ ਪਾ ਲਈ, ਉਹਨਾਂ ਆਖਿਆ ਵੀ ਉਹਦੇ ਘਰ ਵਿੱਚ ਸਾਰੇ ਖਜ਼ਾਨੇ ਭਰੇ ਪਏ ਆ, ਪਰ ਤਿਸ ਮਿਲਿਆ, ਉਹਨੂੰ ਮਿਲਿਆ ਜਿਸ ਪੂਰਬ ਕਮਾਈ, ਜਿਹਨੇ ਪਿਛਲੇ ਸਮੇਂ ਵਿੱਚ ਕਮਾਈ ਕੀਤੀ ਹੈ। ਫਲ ਅੱਜ ਮਿਲਿਆ ਨਾ ਝੋਲੀ ਵਿੱਚ, ਪਰ ਅੱਜ ਹੀ ਨਹੀਂ ਮਿਲਿਆ,
ਅੱਜ ਤਾਂ ਮਿਲਿਆ ਵੀ ਪਿਛਲੇ ਸਮੇਂ 'ਚ ਕਮਾਈ ਕੀਤੀ ਹੈ। ਪਿਛਲਾ ਜਿੰਨਾ ਵੀ ਸਾਡਾ ਸਮਾਂ, ਜਿੰਨੇ ਵੀ ਸਾਡੀ ਜ਼ਿੰਦਗੀ ਦੇ ਪਲ, ਮਹੀਨੇ, ਸਾਲ ਲੰਘੇ ਨੇ, ਇਹ ਪੂਰਬਲੀ ਕਮਾਈਆਂ, ਤਾਂ ਅੱਜ ਸਾਨੂੰ ਫਲ ਮਿਲਣਾ ਹੈ। ਜੇ ਅਸੀਂ ਪਿਛੇ ਸਮੇਂ 'ਚ ਕਮਾਇਆ ਹੀ ਕੋਈ ਨਹੀਂ ਤੇ ਮੇਰੇ ਵਰਗਾ ਮੂੰਹ ਧੋ ਕੇ ਆ ਕੇ ਕਵੇ ਗੁਰੂ ਸਾਹਿਬ ਮੇਰੀ ਝੋਲੀ 'ਚ ਫਲ ਪਾ ਦਿਓ, ਇਵੇਂ ਤੇ ਨਹੀਂ ਮਿਲਣਾ। ਪਹਿਲਾਂ ਪੂਰਬਲਾ ਸਮਾਂ ਜਿਹੜਾ ਮਿਲਿਆ ਸੀ ਉਹਦੇ ਵਿੱਚ ਕਮਾਉਣਾ ਸੀ, ਫਿਰ ਅੱਜ ਫਲ ਮਿਲਣਾ। ਤੇ ਜਿਹੜੇ ਅੱਜ ਜੁੜ ਰਹੇ ਆ, ਆਉਣ ਵਾਲਾ ਸਮਾਂ ਇਹ ਪੂਰਬਲਾ ਹੋ ਗਿਆ, ਤੇ ਇਸ ਪੂਰਬਲੇ ਸਮੇਂ ਦਾ ਫਲ ਫਿਰ ਅਗਲੇਰੇ ਸਮੇਂ ਵਿੱਚ, ਕਿਉਂਕਿ ਪਲ ਪਲ ਜਿਹੜੀ ਸੂਈ ਘੁੰਮ ਰਹੀ ਹੈ ਨਾ, ਇਹ ਸਾਰਾ ਸਮਾਂ ਪੂਰਬਲਾ ਹੁੰਦਾ ਜਾ ਰਿਹਾ ਹੈ। ਅੱਗੋਂ ਜਿਵੇਂ ਜਿਵੇਂ ਵਰਤਮਾਨ ਵਿੱਚ ਅਸੀਂ ਜਾ ਰਹੇ ਹਾਂ, ਤਿਵੇਂ ਤਿਵੇਂ ਇਹ ਸਭ ਕੁਝ ਜਿਹੜਾ ਇਹ ਪਾਸਟ ਹੁੰਦਾ ਜਾ ਰਿਹਾ ਹੈ, ਬੀਤਿਆ ਹੋਇਆ ਸਮਾਂ। ਤੇ ਜੇ ਬੀਤੇ ਹੋਏ ਸਮੇਂ ਵਿੱਚ ਕਮਾਈ ਕੀਤੀ ਆ ਤਾਂ ਹੀ ਫਲ ਮਿਲਿਆ। ਬੱਚੇ ਨੂੰ ਡਿਗਰੀ ਇੱਕ ਦਿਨ ਵਿੱਚ ਥੋੜੀ ਹੱਥ 'ਚ ਦੇ ਦਿੱਤੀ ਵੀ ਆਹ ਲੈ ਡਿਗਰੀ ਤੂੰ ਅੱਜ ਆਇਆ। ਪਹਿਲੇ ਉਹਨੂੰ ਨਰਸਰੀ, ਫਿਰ ਸਕੂਲ, ਫਿਰ ਕਾਲਜ, ਫਿਰ ਜਾ ਕੇ ਉਹਨੂੰ ਡਿਗਰੀ ਸਰਟੀਫਿਕੇਟ ਇੱਕ ਦਿਨ 'ਚ ਨਹੀਂ ਮਿਲਦਾ, ਪੂਰੇ ਸਾਲ ਪੜ੍ਹਾਈ ਕਰਾਈ ਜਾਂਦੀ ਹੈ। ਪੂਰੇ ਸਾਲ ਪੜ੍ਹਾਈ ਕਰਾਉਣ ਤੋਂ ਬਾਅਦ ਫਿਰ ਐਗਜ਼ਾਮ ਜਦੋਂ ਹੁੰਦਾ ਹੈ, ਫਿਰ ਉਹਦੇ ਵਿੱਚ ਪਾਸ ਹੋਇਆ ਤੇ ਫਿਰ ਸਰਟੀਫਿਕੇਟ ਮਿਲਣਾ ਹੈ। ਉਹ ਚਲੋ ਦੁਨੀਆ ਦੀ ਜੋ ਹਾਲਤ ਹੈ ਆਪਾਂ ਸਮਝਦੇ ਹੀ ਹਾਂ, ਰਿਸ਼ਵਤ ਦੇ ਕੇ, ਸਿਫਾਰਿਸ਼ ਕਰਕੇ ਜੋ ਮਰਜ਼ੀ ਹੋਈ ਜਾਂਦਾ ਹੈ, ਪਰ ਇੱਥੇ ਨਹੀਂ ਹੋਣਾ। ਇੱਥੇ ਤਾਂ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਇੱਥੇ ਇਹ ਨਹੀਂ ਵੀ ਪੈਸਾ ਦੇ ਕੇ ਕਹੀਏ ਵੀ ਤੂੰ ਆਪਣਾ ਨਿਤਨੇਮ ਮੇਰੇ ਨਾਮ ਕਰ ਦੇ, ਵੀ ਜਿੰਨੇ ਤੂੰ ਪਾਠ ਕੀਤੇ ਆ ਉਹ ਮੇਰੇ ਨਾਮ ਕਰ ਦੇ ਤੇ ਤੈਨੂੰ ਇੰਨਾ ਪੈਸਾ ਮਿਲ ਜਾਏ। ਇੱਥੇ ਆ ਨਹੀਂ ਕੁਝ ਚੱਲਣਾ। ਇੱਥੇ ਤਾਂ ਆਪਣੀ ਆਪਣੀ ਕਮਾਈ ਕਰਨੀ ਪੈਣੀ ਆ, ਕਰਮੀ ਆਪੋ ਆਪਣੀ ਹੈ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪੂਰਬ ਕਮਾਇਆ ਤਿਸ ਮਿਲਿਆ, ਉਹਨੂੰ ਫਿਰ ਇਹ ਨਵ ਨਿੱਧ ਵਾਲਾ ਖਜ਼ਾਨਾ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੇ ਕਮਾਈ ਕੀਤੀ ਹੈ। ਗਿਆਨ ਧਿਆਨ ਪੂਰਨ ਪਰਮੇਸ਼ਰ, ਉਹਨਾਂ ਨੂੰ ਸਮਝ ਵੀ ਆ ਗਈ। ਜਿਨ੍ਹਾਂ ਨੇ ਕਮਾਇਆ ਹੈ ਉਹਨਾਂ ਨੂੰ ਸਮਝ ਵੀ ਆ ਗਈ ਹੈ ਕਿ ਉਹ ਸੰਪੂਰਨ ਗਿਆਨ ਵਾਲਾ ਹੈ, ਸਾਡੀ ਸੁਰਤ ਨੂੰ ਜੋੜਨ ਵਾਲਾ ਹੈ, ਹਰ ਪੱਖ ਤੋਂ ਪੂਰਾ ਹੈ, ਕਿਤੇ ਵੀ ਅਧੂਰਾ ਨਹੀਂ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਮੇਰੇ ਜਨਮ ਤੋਂ ਮੇਰੇ ਅੰਤ ਤੱਕ ਉਹ ਪੂਰਾ ਹੀ ਹੈ। ਦੁਨੀਆ ਦੇ ਬਣਨ ਤੋਂ ਪਹਿਲਾਂ ਤੇ ਦੁਨੀਆ ਦੇ ਬਣਨ ਤੋਂ ਬਾਅਦ, ਦੁਨੀਆ ਦੇ ਸਿਮਟ ਜਾਣ ਤੋਂ ਬਾਅਦ ਵੀ ਉਹ ਪੂਰਾ ਹੈ ਤੇ ਪੂਰਾ ਹੀ ਹੈ। ਉਹਦੇ 'ਚ ਕੋਈ ਘਾਟਵਾਦ ਨਹੀਂ ਹੁੰਦੀ। ਪਰ ਪਤਾ ਕਿਹਨੂੰ ਲੱਗਾ? ਜਿਹਨੇ ਆਪਣੇ ਹਿਰਦੇ 'ਚ ਸੁੱਖ ਪਾਇਆ, ਉਹਨਾਂ ਨੂੰ ਖਜ਼ਾਨਾ ਮਿਲਿਆ। ਜਿਨ੍ਹਾਂ ਨੂੰ ਖਜ਼ਾਨਾ ਮਿਲਿਆ ਇਹਨਾਂ ਦੀ ਪੂਰਬਲੀ ਕਮਾਈ ਸੀ, ਤੇ ਜਿਨ੍ਹਾਂ ਦੀ ਪੂਰਬਲੀ ਕਮਾਈ ਨਾਲ ਖਜ਼ਾਨਾ ਮਿਲਿਆ ਉਹਨਾਂ ਨੂੰ ਪਤਾ ਲੱਗਾ ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਦਿਓ। ਉਹ ਹਰ ਗੱਲ ਵਿੱਚ ਪੂਰਾ ਹੈ, ਉਹ ਸਰਵ ਕਲਾ ਸਮਰੱਥ ਹੈ, ਯੋਗ ਹੈ। ਕੋਈ ਵੀ ਐਸੀ ਗੱਲ ਉਹਦੇ ਕੋਲ ਅਧੂਰੀ ਨਹੀਂ, ਕਿਉਂਕਿ ਉਹ ਆਪ ਪੂਰਾ ਹੈ, ਉਹਦੀ ਗੱਲ ਵੀ ਪੂਰੀ ਹੈ। ਉਹ ਆਪ ਪੂਰਾ ਹੈ, ਉਹਦੀ ਬਾਣੀ ਵੀ ਪੂਰੀ ਹੈ। ਜਿੰਨੀ ਵੀ ਬਾਣੀ ਵਿੱਚ ਰੱਬ ਜੀ ਦੀਆਂ ਗੱਲਾਂ ਨੇ ਕੋਈ ਅਧੂਰੀ ਨਹੀਂ, ਇਹ ਸਾਰੀਆਂ ਪੂਰੀਆਂ ਨੇ। ਔਰ ਉਹ ਸਰਵ ਕਲਾ ਸਮਰੱਥ ਯੋਗ ਹੈ, ਉਹ ਹਰ ਪ੍ਰਕਾਰ ਤੋਂ ਯੋਗ ਹੈ। ਉਹ ਇਹ ਨਹੀਂ ਕਹਿ ਸਕਦਾ ਵੀ ਤੇਰਾ ਇਲਾਜ ਮੇਰੇ ਕੋਲ ਨਹੀਂ ਹੋਣਾ, ਤੇਰੀ ਅਰਦਾਸ ਮੇਰੇ ਕੋਲ ਪੂਰੀ ਨਹੀਂ ਹੋਣੀ, ਤੇਰੀ ਆ ਮੰਗ ਇੱਥੇ ਪੂਰੀ ਨਹੀਂ ਹੋਣੀ। ਉਹ ਸਰਬ ਕਲਾ ਸਮਰੱਥ ਹੈ। ਬਸ ਸੇਵਕ ਬਣ ਕੇ ਮੰਗਣ ਦੀ ਜਾਚ ਆ ਜਾਏ, ਫਿਰ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਪਰ ਕਿਹਦੇ ਤੇ ਢੁਕਦੀ ਹੈ? ਜਿਹੜਾ ਦਾਸ ਬਣ ਗਿਆ, ਸੇਵਕ ਬਣ ਗਿਆ। ਇਸ ਲਈ ਸਾਹਿਬ ਜੀ ਕਹਿੰਦੇ ਨੇ ਜਿਹਨੂੰ ਸਮਝ ਆ ਗਈ, ਉਹਨਾਂ ਆਖਿਆ ਵੀ ਮੇਰਾ ਵਾਹਿਗੁਰੂ ਪਰਮੇਸ਼ਵਰ ਸਾਰੀਆਂ ਗੱਲਾਂ ਦੇ ਯੋਗ ਹੈ, ਕੋਈ ਗੱਲ ਉਹਦੇ ਕੋਲ ਅਧੂਰੀ ਨਹੀਂ ਹੈ। ਤਾਂ ਹੀ ਤੇ ਹੁਣ ਪੰਗਤੀ ਆਈ ਸੀ ਕਿ ਕਰ ਕਿਰਪਾ ਭਗਤੀ ਪ੍ਰਗਟਾਇਆ,
ਤੇ ਜਦੋਂ ਭਗਤਾਂ ਨੂੰ ਸੁਣਿਆ ਤੇ ਕਬੀਰ ਸਾਹਿਬ ਜੀ ਕਹਿੰਦੇ ਅਧੂਰੇ ਕੋਲ ਨਾ ਚਲੇ ਜਾਇਓ, ਨਹੀਂ ਤੇ ਫਿਰ ਗੱਲਾਂ ਵੀ ਅਧੂਰੀਆਂ ਰਹਿ ਜਾਣੀਆਂ ਜੇ। ਮੈਨੂੰ ਜੇ ਕੋਈ ਅਧੂਰਾ ਗੁਰੂ ਮਿਲਦਾ ਨਾ ਤੇ ਮੈਂ ਉਹਦੀ ਵਾਹਵਾ ਨਹੀਂ ਕਰਦਾ, ਮੈਂ ਤੇ ਅਧੂਰੇ ਗੁਰੂ ਨੂੰ ਵੇਖ ਕੇ ਕਹਿਣਾ ਕਬੀਰ ਮਾਏ ਮੁੰਡੋ ਤੈਂ ਗੁਰੂ ਕੀ। ਇਸ ਗੁਰੂ ਦੀ ਮੱਤ ਦਾ ਸਿਰ ਮੁੰਡ ਦਿਓ। ਮੱਤ ਮਾਂ ਉਹ ਜਨਮ ਦੇਣ ਵਾਲੀ ਮਾਂ ਨਹੀਂ ਹੈ ਇੱਥੇ। ਮਾਏ ਮੁੰਡੋ ਤੈਂ ਗੁਰੂ ਕੀ, ਜਾਂ ਤੇ ਭਰਮ ਨਾ ਜਾਏ ਆਪ ਡੂਬੇ, ਚੌ ਵੇਦ ਮੈਂ ਚੇਲੇ ਦੀਏ ਬਹਾਏ। ਕਹਿੰਦੇ ਮੈਨੂੰ ਕੋਈ ਇਦਾਂ ਦਾ ਅਧੂਰਾ ਮਿਲਦਾ ਨਾ, ਮੈਂ ਤੇ ਕਹਿੰਦਾ ਇਹਦੀ ਮੱਤ ਮੁੰਡ ਦਿਓ, ਤਾਂ ਕਿ ਇਹ ਭਰਮ ਕਿਸੇ ਨੂੰ ਪਾ ਹੀ ਨਾ ਸਕੇ, ਨਾ ਆਪ ਰੁੜੇ ਤੇ ਨਾ ਹੋਰਾਂ ਨੂੰ ਰੋੜੇ। ਹਾਂ, ਜਦੋਂ ਪੂਰੇ ਗੁਰੂ ਦੀ ਗੱਲ ਆਵੇ ਤੇ ਫਿਰ ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਐਸੇ ਗੁਰੂ ਤੋਂ ਬਲਹਾਰੇ ਜਾਈਏ ਜਿਹੜਾ ਆਪ ਵੀ ਮੁਕਤ ਹੈ ਤੇ ਸਾਨੂੰ ਵੀ ਮੁਕਤ ਕਰਦਾ ਹੈ। ਤੇ ਪੂਰੇ ਗੁਰੂ ਦੀ ਗੱਲ ਗੁਰਬਾਣੀ ਵਿੱਚ ਕੀਤੀ ਆ, ਅਧੂਰੇ ਦੀ ਨਹੀਂ। ਕਾਰਜ ਵੀ ਪੂਰੇ ਨੇ ਰਾਸ ਕਰਾਉਣਾ, ਅਧੂਰੇ ਨੇ ਨਹੀਂ। ਵੱਡੀ ਵਡਿਆਈ ਆਚਰਜ ਸ਼ੋਭਾ, ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਭੇਟਿਓ, ਅਧੂਰਾ ਨਹੀਂ। ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁੱਖ ਬਨਾਸੇ। ਜਿਹਨੇ ਪੂਰੇ ਗੁਰੂ ਰਾਹੀਂ ਪੂਰੇ ਪਰਮੇਸ਼ਵਰ ਨਾਲ ਜੁੜਨਾ ਕੀਤਾ, ਉਹਦੇ ਸਾਰੇ ਦੁੱਖ ਕੱਟੇ ਗਏ। ਇਸ ਲਈ ਸਾਹਿਬ ਜੀ ਨੇ ਆਖਿਆ ਵੀ ਜਿਹਨੂੰ ਸਮਝ ਆਈ, ਉਹਨੇ ਆਖਿਆ ਵੀ ਉਹ ਗਿਆਨ ਧਿਆਨ ਵਿੱਚ ਪੂਰਾ ਹੈ, ਉਹ ਸਾਰੀਆਂ ਗੱਲਾਂ ਦੇ ਵਿੱਚ ਪੂਰਾ ਹੈ, ਕਿਤੇ ਵੀ ਉਹ ਅਧੂਰਾ ਨਹੀਂ ਹੈ। ਉਹ ਸਰਵ ਕਲਾ ਸਮਰੱਥ ਪਰਮੇਸ਼ਵਰ ਹੈ। ਖਿਨ ਮਹਿ ਥਾਪ ਉਥਾਪਣ ਹਾਰਾ, ਆਪ ਇਕੰਤੀ ਆਪ ਪਸਾਰਾ। ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿਠੇ ਲਹਨ ਵਿਜੋਗਾ ਜੀਓ। ਫਿਰ ਤੀਸਰੇ ਪਦੇ ਵਿੱਚ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਪੁੱਛਿਆ ਵੀ ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਥੋੜਾ ਜਿਹਾ ਇਹਨੂੰ ਵਿਸਥਾਰ 'ਚ ਸਮਝਾਓ ਤਾਂ ਕਿ ਸਾਨੂੰ ਸਮਝ ਆ ਜਾਏ। ਮਹਾਰਾਜ ਕਹਿੰਦੇ ਸਰਬ ਪ੍ਰਕਾਰ ਤੋਂ ਉਹ ਯੋਗ ਸਮਰੱਥ ਹੈ, ਭਾਵ ਖਿਨ ਮੈਂ ਥਾਪ ਉਥਾਪਣ ਹਾਰਾ। ਉਹਦੇ ਵਿੱਚ ਇੰਨੀ ਪਾਵਰ ਹੈ, ਉਹ ਇੰਨੀ ਸਮਰੱਥਾ ਦਾ ਮਾਲਕ ਹੈ, ਉਹ ਇਸ ਯੋਗ ਹੈ ਕਿ ਉਹ ਇੱਕ ਪਲ ਵਿੱਚ ਖਿਨ ਅੱਖ ਝਮਕ ਦੇ ਵਿੱਚ ਬਣਾ ਵੀ ਸਕਦਾ ਹੈ ਤੇ ਮਿਟਾ ਵੀ ਸਕਦਾ ਹੈ। ਅੱਖ ਝਮਕਦੇ ਸਮੇਂ ਦੇ ਵਿੱਚ ਉਹ ਸਾਜ ਵੀ ਸਕਦਾ ਹੈ ਤੇ ਬਣਾ ਕੇ ਮਿਟਾ ਵੀ ਸਕਦਾ ਹੈ। ਖਿਨ ਮਹਿ ਅੱਖ ਝਮਕਦੇ ਸਮੇਂ 'ਚ, ਥਾਪ ਉਥਾਪਣ ਹਾਰਾ ਬਣਾ ਕੇ ਮਿਟਾ ਸਕਦਾ ਹੈ ਪਲਾਂ ਵਿੱਚ ਹੀ। ਪਲ ਵਿੱਚ ਹੀ ਜਨਮ ਹੋਇਆ ਤੇ ਪਲ ਵਿੱਚ ਹੀ ਮੌਤ ਹੋ ਗਈ। ਜਨਮ ਵੀ ਅੱਖ ਝਮਕਦੇ ਹੋਇਆ ਤੇ ਮੌਤ ਵੀ ਅੱਖ ਝਮਕਦਿਆਂ ਹੋ ਗਈ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ 9 ਮਹੀਨੇ 8 ਮਹੀਨੇ ਮਾਂ ਨੇ ਕਿੰਨੀਆਂ ਲੰਬੀਆਂ ਆਸਾਂ ਲਾ ਲਈਆਂ ਕਿ ਜਿਹੜਾ ਧੀ ਪੁੱਤ ਪੈਦਾ ਹੋਏਗਾ ਮੈਂ ਪੜ੍ਹਾਵਾਂਗੀ, ਵੱਡਾ ਕਰਾਂਗੀ, ਵਿਆਹਾਂਗੀ, ਅੱਗੋਂ ਇਹਦੇ ਬੱਚੇ ਵੇਖਾਂਗੀ। ਪਰ ਪਤਾ ਲੱਗਾ 9 ਸੈਕਿੰਡ ਨਹੀਂ ਹੱਥਾਂ 'ਚ ਰਿਹਾ, 9 ਪਲ ਨਹੀਂ ਰਿਹਾ। ਉਹਨੇ ਜਿਹਨੇ ਬਣਾਇਆ ਸੀ ਉਹਨੇ ਪਲ ਵਿੱਚ ਹੀ ਮਿਟਾ ਦਿੱਤਾ। ਔਰ ਦੂਸਰੀ ਗੱਲ, ਉਹ ਪਲ ਵਿੱਚ ਹੀ ਭਿਖਾਰੀ ਬਣਾ ਦਿੰਦਾ ਹੈ ਤੇ ਪਲ ਵਿੱਚ ਹੀ ਰਾਜਾ ਬਣਾ ਦਿੰਦਾ ਹੈ। ਉਹ ਪਲ ਵਿੱਚ ਹੀ ਖਾਲੀਆਂ ਨੂੰ ਭਰ ਦਿੰਦਾ ਹੈ ਤੇ ਭਰਿਆਂ ਨੂੰ ਖਾਲੀ ਕਰ ਦਿੰਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਆ, ਖਿਨ ਮੈਂ ਥਾਪ ਉਥਾਪਣ ਹਾਰਾ, ਆਪ ਇਕੰਤੀ। ਉਹ ਆਪ ਇੱਕੋ ਹੀ ਹੈ ਜਿਹੜਾ ਜਿਹਦੇ ਹੱਥ ਵਿੱਚ ਸਾਰੀ ਦੁਨੀਆ ਦਾ ਕੰਟਰੋਲ ਹੈ। ਉਹ ਇੱਕੋ ਹੀ ਹੱਥ ਵਿੱਚ ਸਾਰੀ ਪਾਵਰ ਹੈ। ਇਹ ਸਾਰੀ ਕੁਦਰਤ ਦਾ ਕੰਟਰੋਲ ਇੱਕੋ ਹੀ ਦੇ ਹੱਥ ਵਿੱਚ ਹੈ। ਉਹ ਆਪ ਇਕੱਲਾ ਹੀ ਹੈ ਜੋ ਸਾਰੇ ਸੰਸਾਰ ਨੂੰ ਬਣਾ ਰਿਹਾ, ਚਲਾ ਰਿਹਾ ਤੇ ਸੰਭਾਲ ਰਿਹਾ ਹੈ। ਪਰ ਉਹ ਇਕੰਤ ਇੱਕ ਹੋ ਕੇ ਵੀ ਆਪ ਪਸਾਰਾ, ਇਹ ਸਾਰਾ ਪਸਾਰਾ ਉਹਦਾ ਹੀ ਕੀਤਾ ਹੋਇਆ ਹੈ। ਉਹ ਇੱਕ ਹੈ ਪਰ ਇਹ ਅਨੇਕਤਾ ਵਾਲਾ ਪਸਾਰਾ ਉਸ ਅਕਾਲ ਪੁਰਖ ਨੇ ਕੀਤਾ ਹੈ।
ਇਹੀ ਤੇ ਉਹ ਸਭਨਾ ਗੱਲਾਂ ਜੋਗਾ ਜੀਓ। ਇਸ ਲਈ ਸਾਹਿਬ ਜੀ ਕਹਿੰਦੇ ਲੇਪ ਨਹੀਂ ਜਗ ਜੀਵਨ ਦਾਤੇ। ਉਸ ਦਾਤੇ ਉੱਤੇ ਕੋਈ ਵੀ ਮਾਇਆਵੀ ਲੇਪ ਨਹੀਂ ਹੈ, ਉਹਦੇ ਉੱਤੇ ਕਿਸੇ ਵੀ ਮਾੜੇ ਦਾ ਅਸਰ ਨਹੀਂ ਉਹਦੇ ਤੇ ਹੁੰਦਾ, ਕੋਈ ਬੁਰਿਆਈ ਦਾ ਅਸਰ ਉਹਦੇ ਤੇ ਨਹੀਂ ਹੁੰਦਾ, ਤਿੰਨ ਗੁਣਾਂ ਦਾ ਰਜਗੁਣ ਤਮਗੁਣ ਸਤਗੁਣ ਦਾ ਅਸਰ ਉਹਦੇ ਤੇ ਨਹੀਂ ਹੁੰਦਾ। ਉਹ ਨਿਰਲੇਪ ਹੈ। ਲੇਪ ਨਹੀਂ ਜਗ ਜੀਵਨ ਦਾਤੇ। ਜਿਸ ਨੇ ਸਾਨੂੰ ਜੀਵਨ ਦਾਨ ਦਿੱਤਾ ਹੈ ਉਹ ਜਗ ਜੀਵਨ ਦਾਤੇ ਤੇ ਕੋਈ ਵਿਕਾਰਾਂ ਦਾ ਲੇਪ ਨਹੀਂ ਹੈ, ਉਹ ਨਿਰਲੇਪ ਹੈ। ਜਿਵੇਂ ਇਹ ਵੀ ਆਪ ਜੀ ਨਾਲ ਸਾਂਝ ਪਾਈ ਸੀ ਕਿ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ, ਉਹ ਗੰਦਗੀ ਤੇ ਵੀ ਪੈਂਦੀਆਂ ਤੇ ਫੁੱਲਾਂ ਦੇ ਬਗੀਚੇ ਤੇ ਵੀ ਪੈਂਦੀਆਂ ਨੇ, ਗੰਦੇ ਨਾਲੇ ਤੇ ਵੀ ਪੈਂਦੀਆਂ ਤੇ ਸਵੱਛ ਨਦੀਆਂ ਨਾਲੇ ਤੇ ਵੀ ਪੈਂਦੀਆਂ। ਪਰ ਕੀ ਸੂਰਜ ਦੀਆਂ ਕਿਰਨਾਂ ਮੈਲੀਆਂ ਹੋ ਜਾਂਦੀਆਂ? ਸੂਰਜ ਦੀਆਂ ਕਿਰਨਾਂ ਕੀ ਗੰਦਗੀ ਦੇ ਢੇਰ ਤੇ ਪੈਣ ਨਾਲ ਉਹਨੂੰ ਉਹਦੇ ਤੇ ਗੰਦਗੀ ਦਾ ਅਸਰ ਹੁੰਦਾ? ਨਹੀਂ, ਕਿਰਨਾਂ ਤੇ ਆਪਣੇ ਆਪ ਵਿੱਚ ਨਿਰਲੇਪ ਨੇ। ਇਸੇ ਤਰ੍ਹਾਂ ਪਰਮੇਸ਼ਵਰ ਸਭਨਾਂ ਦੇ ਵਿੱਚ ਵਰਤ ਰਿਹਾ ਹੈ, ਪਰ ਉਹਦੇ ਉੱਪਰ ਕਿਸੇ ਵਿਕਾਰ ਦਾ ਲੇਪ ਨਹੀਂ ਹੁੰਦਾ ਹੈ। ਆਪ ਇਕੰਤੀ ਆਪ ਪਸਾਰਾ, ਲੇਪ ਨਹੀਂ ਜਗ ਜੀਵਨ ਦਾਤੇ। ਦਰਸ਼ਨ ਡਿਠੇ ਲਹਨ ਵਿਜੋਗਾ ਨੀਓ। ਜਿਨ੍ਹਾਂ ਨੇ ਸਤ ਸੰਗ, ਫਿਰ ਆਪਾਂ ਨੂੰ ਪਹਿਲੇ ਪਦੇ ਤੇ ਆਉਣਾ ਪੈਣਾ, ਜਿਨ੍ਹਾਂ ਨੇ ਸਤ ਸੰਗ ਕਰਕੇ ਆਲਸ ਦੀ ਬਿਮਾਰੀ ਤੋਂ ਛੁਟਕਾਰਾ ਪਾ ਕੇ ਸਿਮਰਿਆ ਔਰ ਸੁੱਖ ਪਾਇਆ, ਉਹਨੇ ਉਹਦਾ ਦੀਦਾਰ ਕੀਤਾ। ਜਿਹਨੇ ਦੀਦਾਰ ਕੀਤਾ ਉਹਨਾਂ ਦੇ ਜਨਮਾਂ ਜਨਮਾਂ ਦੇ ਵਿਛੋੜੇ ਮੁੱਕ ਗਏ, ਉਹਨਾਂ ਦਾ ਮਿਲਾਪ ਹੋ ਗਿਆ ਵਾਹਿਗੁਰੂ ਜੀ ਨਾਲ। ਡਿਠੇ ਲਹਨ ਵਿਜੋਗਾ ਜੀਓ। ਸਾਰਾ ਵਿਛੋੜਾ, ਜਿੰਨੇ ਵੀ ਜਨਮਾਂ ਦਾ ਵਿਛੋੜਾ ਸੀ ਉਹ ਸਾਰੇ ਦੇ ਸਾਰੇ ਹੀ ਮੁੱਕ ਗਏ। ਗੁਰੂ ਘਰ ਆਉਣ ਦਾ ਮਤਲਬ ਹੈ ਇੱਥੇ ਅਰਦਾਸ ਅਰਜ਼ੋਈ ਕਰਦੇ ਰਹੋ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਅਸੀਂ ਵਿਛੜੇ ਹੋਏ ਦਰ ਬਾ ਦਰ ਭਟਕਦੇ ਭਟਕਦੇ ਤੁਹਾਡੇ ਦਰ ਤੇ ਆਏ ਆ। ਇਸ ਦਰ ਤੇ ਸਾਡਾ ਵਿਛੋੜਾ ਕਿਤੇ ਮਿਲਾਪ ਵਿੱਚ ਬਦਲ ਜਾਏ। ਤੇ ਜਿਨ੍ਹਾਂ ਨੇ ਫਿਰ ਸਤ ਸੰਗ ਕਰਕੇ ਪੂਰਬਲੀ ਕਮਾਈ ਕਰਕੇ ਫਲ ਲੈ ਲਿਆ, ਉਹਨਾਂ ਦਾ ਵਿਜੋਗਾ, ਉਹਨਾਂ ਦਾ ਵਿਛੋੜਾ ਮੁੱਕ ਜਾਂਦਾ ਹੈ। ਅੰਚਲ ਲਾਏ ਸਭ ਸਿਸ ਤਰਾਈ, ਆਪਣਾ ਨਾਉ ਆਪ ਜਪਾਈ। ਗੁਰ ਬਹੁਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਸ਼ਬਦ ਦਾ ਚੌਥਾ ਪਦਾ। ਹੁਣ ਜਦੋਂ ਇਹ ਖੇਡ ਬਣ ਗਈ ਨਾ, ਦਰਸ਼ਨ ਡਿਠੇ ਲਹਨ ਵਿਜੋਗਾ ਜੀਓ, ਇੱਥੇ ਹੁਣ ਮੈਂ ਦੀ ਆਵਾਜ਼ ਨਹੀਂ ਆਉਣੀ, ਇੱਥੇ ਹੁਣ ਹਉਮੈ ਰਹੀ ਨਹੀਂ, ਇੱਥੇ ਹੁਣ ਹੰਕਾਰ ਰਿਹਾ ਹੀ ਨਹੀਂ, ਮੈਂ ਦੀ ਆਵਾਜ਼ ਨਹੀਂ ਆਉਣੀ। ਇੱਥੇ ਆਵਾਜ਼ ਆਉਣੀ ਹੈ ਤਵ ਪ੍ਰਸਾਦ। ਇਹ ਸਾਰੀ ਖੇਡ ਤੁਹਾਡੀ ਕਿਰਪਾ ਦੇ ਸਦਕਾ ਬਣੀ ਹੈ। ਹੁਣ ਇਹ ਨਹੀਂ ਕਹਿਣਾ ਵੀ ਮੇਰੇ ਨਿਤਨੇਮ ਕਰਨ ਨਾਲ ਇਦਾਂ ਹੋਇਆ, ਮੇਰੇ ਪਾਠ ਕਰਨ ਨਾਲ ਇਦਾਂ ਹੋਇਆ, ਮੈਂ ਸੰਗਤ ਵਿੱਚ ਆਉਂਦਾ ਸੀ ਤਾਂ ਇਦਾਂ ਮੈਨੂੰ ਹੋਇਆ। ਮੈਂ ਤੇ ਇੱਥੇ ਖਤਮ ਹੋ ਜਾਣੀ ਆ ਕੇ। ਇੱਥੇ ਤਾਂ ਹੁਣ ਜਿਹੜੀ ਅਗਲੀ ਖੇਡ ਹੈ ਉਹਦੇ ਵਿੱਚ ਤਵ ਪ੍ਰਸਾਦ, ਤਵ ਪ੍ਰਸਾਦ। ਹੁਣ ਤੁਹਾਡੀ ਹੋਈ ਕਿਰਪਾ ਹੋਈ ਹੈ ਸਾਰੀ, ਮੇਰਾ ਕੁਝ ਵੀ ਨਹੀਂ ਹੈ, ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਇਹ ਤੁਹਾਡੀ ਕਿਰਪਾ ਤੋਂ ਬਿਨਾਂ ਇਹ ਕਾਰਜ ਰਾਸ ਹੋ ਹੀ ਨਹੀਂ ਸੀ ਸਕਦਾ। ਤੇ ਜੇ ਹਜੇ ਕਹਿ ਰਹੇ ਆ ਵੀ ਮੇਰੇ ਕਰਕੇ ਆ, ਤੇ ਫਿਰ ਹਜੇ ਮਿਲਾਪ ਹੋਇਆ ਨਹੀਂ, ਅਜੇ ਤੇ ਵਿਛੋੜੇ 'ਚ ਹੀ ਤੁਰੇ ਫਿਰਦੇ ਆ। ਚੌਥੇ ਪਦੇ ਨੂੰ ਸਮਝਿਓ। ਕਹਿੰਦੇ ਵਿਜੋਗ ਮੁੱਕ ਗਿਆ, ਵਿਛੋੜਾ ਮੁੱਕ ਗਿਆ, ਮਿਲਾਪ ਹੋਇਆ। ਤੇ ਜਿਨ੍ਹਾਂ ਦਾ ਹੋਇਆ ਉਹ ਭਵਜਲ ਤੋਂ ਤਰ ਗਏ। ਅੰਚਲ ਲਾਏ ਸਭ ਸਿਸ਼ਟ ਤਰਾਈ। ਇਹ ਵਾਹਿਗੁਰੂ ਜੀ ਤੁਸੀਂ ਆਪ ਹੀ ਆਪਣਾ ਪੱਲਾ ਪਕੜਾ ਕੇ ਇਸ ਸ੍ਰਿਸ਼ਟੀ ਦੇ ਜੀਆਂ ਨੂੰ ਤਾਰਦੇ ਹੋ। ਤੇ ਜੇ ਤੁਸੀਂ ਆਪਣਾ ਪੱਲਾ ਪਕੜਾ ਕੇ ਤਾਰਦੇ ਹੋ, ਫਿਰ ਮੈਂ ਕਿਵੇਂ ਕਹਾਂ ਵੀ ਮੈਂ ਤਰ ਕੇ ਆਇਆ? ਮੈਂ ਇਸ ਤਰਨ ਦੇ ਯੋਗ ਬਣ ਕੇ ਨਹੀਂ, ਇਹ ਤੁਸੀਂ ਆਪਣੇ ਗਿਆਨ ਦਾ ਪੱਲਾ ਪਕੜਾਇਆ। ਮੈਂ ਤੇ ਅੰਧਲਾ ਸੀ, ਮੈਨੂੰ ਤੇ ਪਤਾ ਹੀ ਨਹੀਂ ਸੀ ਕਦਮ ਕਿੱਧਰ ਰੱਖਣਾ।
ਅੰਧਲੇਪਨ ਵਿੱਚ ਹੀ ਮੈਂ ਮੜੀਆਂ ਮਸਾਣਾ ਵਿੱਚ ਤੁਰਦਾ ਰਿਹਾ। ਮੈਨੂੰ ਪਤਾ ਹੀ ਨਹੀਂ ਸੀ ਕਦਮ ਕਿੱਥੇ ਰੱਖਣਾ, ਕਿਹੜੇ ਪਾਸੇ ਤੁਰਨਾ। ਬਸ ਜਿਵੇਂ ਜਿਵੇਂ ਹਨੇਰੇ 'ਚ ਤੁਰਿਆ ਗਿਆ, ਅੱਗੋਂ ਮੜੀਆਂ ਮਸਾਣਾ ਨੂੰ ਪੂਜਦਾ ਗਿਆ। ਪਰ ਐਸੀ ਕਿਰਪਾ ਹੋ ਗਈ ਕਿ ਦਰ ਬਾ ਦਰ ਠੋਕਰ ਖਾਂਦਾ ਖਾਂਦਾ ਗੁਰੂ ਸਾਹਿਬ ਦਰ ਆ ਗਿਆ। ਇੱਥੇ ਪਤਾ ਲੱਗਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੈ ਸੁਖ ਦਾਤਾ, ਹਮ ਲਾਵੇ ਆਪਨ ਬਾਲੀ। ਕਿਸੇ ਨੇ ਆਖਿਆ ਇਦਾਂ ਬੇਨਤੀ ਕਰ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਇੱਕ ਫਕੀਰ ਆਇਆ, ਅੰਦਰ ਨਹੀਂ ਆਇਆ, ਦਰਵਾਜ਼ੇ ਤੇ ਬੈਠਾ, ਜਾਨੀ ਕੋ ਜਾਨੀ ਸੇ ਮਿਲਾ ਦੇ ਕੋਈ, ਬਸ ਇਹੀ ਗਾਈ ਜਾਂਦਾ। ਸੰਗਤ ਕਹਿੰਦੀ ਮਹਾਰਾਜ ਜੀ ਉਹ ਕਿੰਨੇ ਸਮੇਂ ਤੋਂ ਬੈਠਾ, ਇੱਕੋ ਹੀ ਗੱਲ ਕਹਿੰਦਾ, ਜਾਨੀ ਕੋ ਜਾਨੀ ਸੇ ਮਿਲਾ ਦੇ ਕੋਈ। ਤੇ ਮਹਾਰਾਜ ਨੇ ਫਿਰ ਮੌਜ ਵਿੱਚ ਆਏ ਤੇ ਕਹਿੰਦੇ ਉਹਨੂੰ ਕਹੋ ਵੀ ਜੇ ਜਾਨੀ ਨੂੰ ਜਾਨੀ ਨਾਲ ਮਿਲਣਾ ਹੈ, ਆ ਜਿੰਦ ਜਾਨ ਨੂੰ ਜਿੰਦ ਜਾਨ ਦੇ ਮਾਲਕ ਨਾਲ ਮਿਲਾ ਦੇਵੇ। ਤੇ ਮਹਾਰਾਜ ਕਹਿੰਦੇ ਉਹਨੂੰ ਕਹੋ ਜਾ ਕੇ ਨਹਿਰ 'ਚ ਛਾਲ ਮਾਰ। ਅਸਲ ਵਿੱਚ ਨਹਿਰ ਵਿੱਚ ਛਾਲ ਮਾਰਨ ਦਾ ਮਤਲਬ ਨਹੀਂ ਸੀ, ਉਹਦਾ ਮਤਲਬ ਸੀ ਪਹਿਲਾਂ ਮਰਨ ਕਬੂਲ, ਪਹਿਲਾਂ ਹੁਕਮ ਮੰਨ, ਪਹਿਲਾਂ ਮਰਨਾ ਕਬੂਲ ਕਰ, ਫਿਰ ਜਾਨੀ ਕੋ ਜਾਨੀ ਦੇ ਮਿਲਾਪ ਦੀ ਗੱਲ ਹੋਣੀ ਹੈ। ਜਦੋਂ ਸੰਗਤ ਵਿੱਚੋਂ ਇੱਕ ਨੇ ਜਾ ਕੇ ਕਿਹਾ, ਬਸ ਦੌੜ ਪਿਆ ਵੀ ਮੇਰੇ ਗੁਰੂ ਸਾਹਿਬ ਦਾ ਹੁਕਮ ਹੋਇਆ, ਭੱਜ ਲਿਆ। ਜਦੋਂ ਛਾਲ ਮਾਰਨ ਲੱਗਾ ਤੇ ਸਿੱਖਾਂ ਨੇ ਪਕੜ ਕੇ ਲਿਆਂਦਾ। ਮਹਾਰਾਜ ਨੇ ਗਲ ਨਾਲ ਲਾ ਕੇ ਆਖਿਆ, ਆ ਫਿਰ ਤੇਰੀ ਅੱਜ ਉਹ ਮੁਰਾਦ, ਤੇਰੀ ਇੱਛਾ ਪੂਰੀ ਕਰ ਦਈਏ, ਕਿਉਂਕਿ ਤੂੰ ਮਰਨ ਵਾਸਤੇ ਤਿਆਰ ਹੋ ਗਿਆ। ਅਸੀਂ ਆਪਣੇ ਹਉਮੈ ਨੂੰ ਮਾਰਨ ਨੂੰ ਤਿਆਰ ਨਹੀਂ, ਅਸੀਂ ਆਪਣੇ ਅੰਦਰ ਦੇ ਹੰਕਾਰ ਨੂੰ ਮਾਰਨ ਨੂੰ ਤਿਆਰ ਨਹੀਂ, ਤੇ ਫਿਰ ਗੁਰੂ ਦੀ ਗਲਵੱਕੜੀ ਕਿਵੇਂ ਮਿਲੇਗੀ ਸਾਨੂੰ? ਸਤਿਗੁਰੂ ਦੀਆਂ ਖੁਸ਼ੀਆਂ ਕਿਵੇਂ ਮਿਲਣਗੀਆਂ? ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਬਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ। ਫਿਰ ਜਦੋਂ ਆਏ ਅੱਗੋਂ ਫਿਰ ਵਿਜੋਗ ਮੁੱਕ ਗਿਆ। ਅੰਚਲ ਲਾਏ ਸਭ ਸ੍ਰਿਸ਼ਟ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ। ਹੁਣ ਮੈਂ ਨਹੀਂ ਕਹਿੰਦਾ ਮੈਂ ਜਪਿਆ, ਆਪਣਾ ਨਾਉ ਆਪ ਜਪਾਈ। ਤੁਸੀਂ ਤੁਰਠ ਕੇ ਮੇਰੇ ਉੱਤੇ ਆਪਣੇ ਨਾਮ ਦੀ ਦਾਤ ਦੇ ਕੇ ਆਪ ਹੀ ਮੇਰੇ ਤੋਂ ਜਪਵਾਇਆ, ਤੁਸੀਂ ਆਪ ਹੀ ਮੇਰੇ ਕੋਲੋਂ ਇਹ ਨਾਮ ਜਪਾਇਆ ਹੈ। ਫਿਰ ਗੁਰ ਬੋਹਿਥ ਪਾਇਆ, ਫਿਰ ਮੈਨੂੰ ਗੁਰੂ ਰੂਪੀ ਜਹਾਜ਼ ਮਿਲ ਗਿਆ। ਆ ਜਿੰਨੇ ਵੀ ਦੁਨਿਆਵੀ ਜਹਾਜ਼ ਨੇ, ਇਹ ਤੁਹਾਨੂੰ ਕਿਸੇ ਨੇ ਲੋਕ ਤੋਂ ਪਰਲੋਕ ਨਹੀਂ ਲੈ ਜਾਣਾ। ਤੇ ਕੋਈ ਜਹਾਜ਼ ਐਸਾ ਨਹੀਂ ਜਿੱਥੇ ਤੁਸੀਂ ਵੀਜ਼ਾ ਲਵਾ ਕੇ ਟਿਕਟ ਲੈ ਕੇ ਤੇ ਬੇਗਮਪੁਰਾ ਸ਼ਹਿਰ ਪਹੁੰਚ ਜਾਓ। ਉਹ ਆ ਜਹਾਜ਼ ਹੈ ਜਿਹੜਾ ਬੇਗਮਪੁਰਾ ਸ਼ਹਿਰ ਜਾਣਾ ਹੈ। ਆ ਜਹਾਜ਼ ਹੈ ਜਿਹੜਾ ਨਿਰੰਕਾਰ ਦੇ ਦੇਸ਼ ਜਾਣਾ ਹੈ। ਉਹ ਆ ਜਹਾਜ਼ ਹੈ ਜਿਹੜਾ ਪਿਆਰੇ ਪ੍ਰੀਤਮ ਦੇ ਕੋਲ ਜਾਣਾ ਹੈ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਮਤ ਕੋ ਭਰਮ ਭੁਲੇ ਸੰਸਾਰ, ਗੁਰ ਬਿਨ ਕੋਏ ਨਾ ਉਤਰਸ ਪਾਰ। ਜੇ ਭਵਜਲ ਤੋਂ ਪਾਰ ਹੋ ਕੇ ਜਨਮਾਂ ਜਨਮਾਂ ਦਾ ਵਿਛੋੜਾ ਮੁਕਾਉਣਾ ਚਾਹੁੰਦੇ ਹੋ, ਫਿਰ ਆ ਜਹਾਜ਼ ਦੇ ਕਿਨਾਰੇ ਆ ਕੇ ਲੱਗ ਜਾਓ। ਇਸ ਕਿਨਾਰੇ ਤੇ ਆ ਕੇ ਗੁਰੂ ਰੂਪੀ ਜਹਾਜ਼ ਨੂੰ ਕਹੋ ਕਿ ਗੁਰੂ ਸਾਹਿਬ ਜੀ ਸਾਨੂੰ ਪੱਲਾ ਪਕੜਾਓ, ਅਸੀਂ ਤੁਹਾਡਾ ਪੱਲਾ ਪਕੜ ਕੇ ਗਿਆਨ ਦਾ ਇਸ ਜਹਾਜ਼ 'ਚ ਸਵਾਰ ਹੋ ਕੇ ਲੰਘਣਾ ਚਾਹੁੰਦੇ ਹਾਂ। ਕਿਉਂਕਿ ਅਸੀਂ ਅੰਧਲੇ ਹਾਂ, ਅਸੀਂ ਨਹੀਂ, ਸਾਨੂੰ ਪਤਾ ਕਿਵੇਂ ਤਰਿਆ ਜਾਣਾ ਹੈ, ਤੁਸੀਂ ਕਿਰਪਾ ਕਰੋ। ਫਿਰ ਉਸ ਮਾਲਕ ਦੀ ਰਹਿਮਤ ਹੋਈ। ਇੱਕ ਦਿਨ ਗੁਰ ਬੋਹਿਥ ਪਾਇਆ, ਗੁਰੂ ਰੂਪੀ ਜਹਾਜ਼ ਪਾ ਲਿਆ, ਜਿਸ ਜਹਾਜ਼ ਵਿੱਚ ਗਿਆਨ ਹੀ ਗਿਆਨ ਸੀ, ਚਾਨਣ ਹੀ ਚਾਨਣ, ਪ੍ਰਕਾਸ਼ ਹੀ ਪ੍ਰਕਾਸ਼ ਸੀ। ਉਹ ਜਦੋਂ ਗਿਆਨ ਨਾਲ ਭਰਪੂਰ ਜਹਾਜ਼ ਗੁਰੂ ਰੂਪੀ ਪਾ ਲਿਆ, ਉਸ ਮਾਲਕ ਦੀ ਕਿਰਪਾ ਨਾਲ ਤਾਂ ਧੁਰ ਨਾਲ ਸੰਜੋਗ ਬਣ ਗਿਆ। ਗੁਰ ਬੋਹਿਥ ਪਾਇਆ ਕਿਰਪਾ ਤੇ, ਨਾਨਕ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਆ, ਧੁਰ ਸੰਜੋਗਾ ਜੀਓ। ਫਿਰ ਧੁਰ ਨਾਲ ਇਹ ਜਿਹੜਾ ਜਹਾਜ਼ ਹੈ ਨਾ ਗੁਰਬਾਣੀ ਦਾ, ਇਹ ਸੰਸਾਰ ਨਾਲ ਨਹੀਂ ਜੋੜਦਾ, ਇਹ ਸਾਨੂੰ ਧੁਰ ਨਾਲ ਜੋੜਦਾ, ਧੁਰੇ ਨਾਲ ਜੋੜਦਾ ਹੈ। ਗੁਰਬਾਣੀ ਸਾਨੂੰ ਧੁਰ ਸੰਜੋਗ ਬਣਾਉਂਦੀ ਹੈ ਮਾਲਕ ਦੇ ਨਾਲ। ਇੱਥੇ ਸਾਡਾ ਧੁਰ ਦਾ ਸੰਜੋਗ ਹੈ।
ਗੁਰਬਾਣੀ ਦਾ ਆਸਰਾ ਇਸੇ ਲਈ ਲੈਣਾ ਹੈ। ਤੇ ਫਿਰ ਜੇ ਕੋਈ ਸ਼ੱਕ ਹੋਵੇ ਤੇ ਜੇ ਸੁਣਿਆ ਹੈ ਤਾਂ ਆ ਕੇ ਜ਼ਰੂਰ ਵੇਖ ਲਓ ਬੈਠ ਕੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠਾ। ਔਰ ਇਹ ਗੁਰੂ ਐਵੇਂ ਨਹੀਂ ਜਹਾਜ਼ ਵੀ ਮੈਂ ਆਇਆ ਤੇ ਪਕੜ ਕੇ ਚੜਾ ਲਿਆ। ਮਹਾਰਾਜ ਨੇ ਪਹਿਲਾਂ ਤਿਆਰੀ ਕਰਾਉਣੀ ਹੈ, ਪਹਿਲਾਂ ਤਿਆਰੀ ਕਰਾਉਣੀ ਹੈ ਵੀ ਤੂੰ ਇਸ ਜਹਾਜ਼ ਵਿੱਚ ਬੈਠਣ ਦੇ ਯੋਗ ਵੀ ਤਾਂ ਹੋ। ਐਵੇਂ ਰੌਲਾ ਪਾ ਦਿੱਤਾ ਤੇ ਸਾਰੀ ਸ਼ਾਂਤੀ ਭੰਗ ਕਰਕੇ ਰੱਖ ਦੇਗਾ। ਹੁਣ ਕਿੰਨਾ ਟਿਕਾ ਬਣਿਆ। ਤੇ ਜੇ ਇੱਕ ਅੱਧ ਐਸਾ ਆ ਗਿਆ ਸ਼ਰਾਰਤੀ ਅੰਸਰ ਤੇ ਸਾਰਾ ਮਾਹੌਲ ਹੀ ਖਰਾਬ ਕਰ ਦੇਗਾ। ਉਹ ਸਾਰਿਆਂ ਦਾ ਧਿਆਨ ਵੰਡਾ ਕੇ ਰੱਖ ਦੇਗਾ, ਸਾਰਿਆਂ ਦਾ ਧਿਆਨ ਉਸ ਪਾਸੇ ਚਲਾ ਜਾਏਗਾ। ਮਹਾਰਾਜ ਕਹਿੰਦੇ ਨਹੀਂ, ਆਹ ਜਹਾਜ਼ ਵਿੱਚ ਐਵੇਂ ਨਹੀਂ ਚੜਾਉਣਾ, ਪਹਿਲਾਂ ਤਿਆਰੀ ਕਰ। ਜਿਹੜਾ ਜਿਹੜਾ ਤਿਆਰੀ ਕਰਦਾ ਜਾਏਗਾ ਤਿਵੇਂ ਤਿਵੇਂ ਸਵਾਰ ਹੁੰਦਾ ਜਾਏਗਾ ਤੇ ਪਾਰ ਲੰਘਦਾ ਜਾਏਗਾ। ਫਿਰ ਗੁਰੂ ਨੇ ਕੀ ਕੀਤਾ, ਪਹਿਲਾਂ ਤੇ ਪਤਾ ਲੱਗਾ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਫਿਰ ਮਹਾਰਾਜ ਕਹਿੰਦੇ ਆ ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹੋ ਮੈਂ ਰੋਗ। ਆ ਮੈਂ ਤੈਨੂੰ ਨਾਮ ਦ੍ਰਿੜ ਕਰਾਵਾਂ, ਆ ਤੈਨੂੰ ਨਿਤ ਨੇਮ ਕਰਨਾ ਸਿਖਾਵਾਂ, ਆ ਤੈਨੂੰ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਸਿਖਾਵਾਂ, ਆ ਤੈਨੂੰ ਬੈਠ ਕੇ ਵਿਚਾਰ ਨਾਲ ਜੋੜਾਂ, ਆ ਖਲੋ ਤੈਨੂੰ ਅਰਦਾਸ ਵਿੱਚ ਖਲੋਣਾ ਸਿਖਾਵਾਂ, ਤੈਨੂੰ ਹੁਕਮ ਸੁਣਨਾ ਸਿਖਾਵਾਂ। ਤੇ ਜਿੱਦਨ ਤੂੰ ਆ ਸਾਰੀ ਤਿਆਰੀ ਕਰਕੇ ਆਪਣੇ ਅੰਦਰ ਦੇ ਹਉਮੈ ਦੇ ਰੋਗ ਨੂੰ ਕੱਟ ਲਏਗਾ ਨਾ, ਫਿਰ ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਫਿਰ ਮਹਾਰਾਜ ਨੇ ਬਾਹਾਂ ਪਕੜ ਗੁਰ ਕਾਢਿਆ। ਫਿਰ ਗੁਰੂ ਨੇ ਬਾਂਹ ਪਕੜ ਕੇ ਭਵਜਲ ਚੋਂ ਕੱਢ ਕੇ ਆ ਜਹਾਜ਼ 'ਚ ਸਵਾਰ ਕਰਕੇ ਪਾਰ ਲੰਘਾ ਦੇਣਾ। ਫਿਰ ਸਾਰੇ ਵਿਛੋੜੇ ਸਦਾ ਲਈ ਮੁੱਕ ਜਾਣੇ ਆ। ਇਸ ਲਈ ਗੁਰ ਬੋਹਿਤ ਪਾਇਆ ਕਰ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਉਹਦਾ ਫਿਰ ਸੰਜੋਗ ਧੁਰ ਨਾਲ ਪਰਮੇਸ਼ਵਰ ਨਾਲ ਬਣ ਜਾਂਦਾ ਹੈ। ਅਸੀਂ ਗੁਰਦੁਆਰਾ ਸਾਹਿਬ ਇਸੇ ਲਈ ਆਏ ਹਾਂ, ਜਾਂ ਜਿਹੜੇ ਦੂਰ ਦੁਰਾਡੇ ਮੀਡੀਆ ਰਾਹੀਂ ਇਕਾਂਤ ਵਿੱਚ ਸ਼ਾਂਤ ਮਾਹੌਲ ਬਣਾ ਕੇ ਬੈਠ ਕੇ ਜੁੜੇ ਹੋਏ ਆ। ਆਪਾਂ ਸਾਰਿਆਂ ਨੇ ਭਵਜਲ ਤੋਂ ਪਾਰ ਲੰਘਣਾ, ਪਰ ਕਦੋਂ? ਜਦੋਂ ਇਹ ਜਨਮ ਗੁਰੂ ਸਾਹਿਬ ਦੇ ਲੇਖੇ ਲਾਵਾਂਗੇ। ਆਪਾਂ ਅਰਦਾਸ ਕਰੀਏ, ਜੇ ਭਵਜਲ ਤੋਂ ਪਾਰ ਹੋਣਾ ਚਾਹੁੰਦੇ ਆ, ਜੇ ਸੁੱਖ ਲੈਣਾ ਚਾਹੁੰਦੇ ਆ, ਖੁਸ਼ੀਆਂ ਲੈਣਾ ਚਾਹੁੰਦੇ ਆ, ਤੇ ਫਿਰ ਬੇਨਤੀਆਂ ਕਰੋ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ ਜਨਮ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ ਜਨਮ। बहुत जन्म बिछरे थे माधो, बहुत जन्म बिछरे थे माधो, एह जन्म तुम्हारे लेखे, एह जन्म तुम्हारे लेखे। कह रविदास आस लग जीवा, कह रविदास आस लग जीवा, चिर भयो दर्शन देखे, चिर भयो दर्शन देखे, चिर भयो। एह जन्म तुम्हारे लेखे, एह जन्म तुम्हारे लेखे। गुरु पातशाह किरपा करन,
ਸਾਡਾ ਤੁਹਾਡਾ ਗੁਰੂ ਘਰ ਆਇਆ ਸਫਲ ਹੋ ਜਾਏ। ਅਸੀਂ ਵੀ ਪਿਆਰ ਨਾਲ ਭਿੱਜ ਕੇ ਗੁਰਬਾਣੀ ਦਾ ਰਸ ਲਈਏ, ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਬਾਣੇ ਬਾਣੀ ਦੇ ਧਾਰਨੀ ਬਣੀਏ ਤੇ ਬਣਾਈਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਅੰਚਲ ਲਾਏ ਸਭ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ। ਗੁਰ ਬੋਹਿਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।